चलो राजे स्टार्ट करते हैं। अपने को अगली थ्योरम कैरेज थ्योरम हो गई सी। अगली थ्योरम जी थ्योरम 3.2.13 है। राजे ये थ्योरम की स्टेटमेंट थोड़ी जी थोड़ा अजीब लगूगी, जिवें मैं पढ़ के सुनाना। प्रूव दैट देर आर ओनली टू ग्रुप्स ऑफ ऑर्डर 4। राजे ये चीज़ नूं ये कहते दो ऑर्डर के ग्रुप्स होंगे, इस तो बाद होर कोई ग्रुप नहीं होंदा। जिमें दो सॉरी ये कहते हैं कि दो चार ऑर्डर के सिर्फ दो ही ग्रुप होंगे आ, होर कोई नहीं होंदा। एक चीज़ देखो इत्थे मैं ऐ करदा, एक लिखो जी +-1 +- आइटा एक ग्रुप होंदा ना, ये एलीमेंट किन्ने इहदे च 4। एक लिखो Z4 0 1 2 3 एलीमेंट किन्ने इहदे च 4। कंपोजिशन किहड़ी हुंदी है? एडिशन मॉडल 4। याद आ? अगे आ गया एक होर ग्रुप होंदा क्लेन 4 ग्रुप, क्लाइंस 4 ग्रुप। ਇਹਦੇ ਚ ਐਲੀਮੈਂਟ ਕਈ ਹੁੰਦੇ ਆ E A B A B, ਤੇ ਇਹਦੀ ਖਾਸੀਅਤ ਕੀ ਹੁੰਦੀ ਹੈ? ਹਰੇਕ ਐਲੀਮੈਂਟ ਦਾ ਆਰਡਰ ਆ ਜਿਹੜਾ ਨਾ ਉਹ 2 ਹੁੰਦਾ ਇਹਦੇ ਚ। ਕਲਾਈਨ 4 ਗਰੁੱਪ ਹਰੇਕ ਐਲੀਮੈਂਟ ਦਾ ਆਰਡਰ 2 ਹੁੰਦਾ ਇਹਦੇ ਚ, ਤੇ ਬਹੁਤ ਸਪੈਸ਼ਲ ਗਰੁੱਪ ਹੋ ਗਿਆ। ਫਿਰ ਅੱਗੇ ਦੇਖੋ ਇਹ ਕਹਿੰਦੇ ਆ ਸਿਰਫ 2 ਗਰੁੱਪ ਹੁੰਦੇ 4 ਆਰਡਰ ਦੇ, 3 ਤਾਂ ਤੁਹਾਡੇ ਸਾਹਮਣੇ ਹੀ ਲਿਖਤੇ ਮੈਂ। ਫਿਰ ਇਹ ਕੀ ਗੱਲ ਹੋਈ? ਇਹ ਤਾਂ ਸਟੇਟਮੈਂਟ ਗਲਤ ਹੋਈ। राजे एक चीज़ याद रखियो, मान लो तुहाडे कोले 3 ग्रुप आ, एक मान लो दो ग्रुप आ A B मेन आ जिहड़े, इधर बहुत सारे ग्रुप आ G1 ये दोवें एक मिनट G1 G2 G3, मान लो तीन ये हो गए। इधर G-1 G2 G3 G4 ये ग्रुप आ गए। ਹੁਣ देखो जे मैं कहां ये सारे ए दे आइसोमॉर्फिक है, ये सारे है जिहड़े ये बी दे आइसोमॉर्फिक है, तां की तुसीं इन्हां सारिआं नूं पढ़ना पसंद करोगे कि कल्ला ए नूं? क्योंकि मैं तुहानूं पहिलां समझा चुकिया भी आइसोमॉर्फिज्म की हुंदी है। ਜਿਹੜਾ ਕੁਛ G1 G2 G3 ਚ ਹੋਇਆ ਉਹੀ ਕੁਛ A ਚ ਹੋਊਗਾ, ਜਿਹੜਾ ਕੁਛ G1 G2 G3 G4 ਹੋਊਗਾ ਉਹੀ ਇਕੱਲਾ B ਚ ਹੋਈ ਜਾਊਗਾ। ਫਿਰ ਆਪਾਂ ਇਹਨਾਂ ਸਾਰਿਆਂ ਨੂੰ ਕਿਉਂ ਪੜਾਂਗੇ? ਆਪਾਂ ਇਕੱਲਾ A ਤੇ B ਨੂੰ ਪੜਾਂਗੇ। ਹੁਣ ਆਪਾਂ ਇਹਨਾਂ ਸਾਰਿਆਂ ਤੇ ਕਾਂਟਾ ਮਾਰ ਦਿੰਨੇ ਆ। ਮੰਨ ਲਓ ਇਹ ਸਾਰੇ ਗਰੁੱਪ ਸੀਗੇ 7 ਆਰਡਰ ਦੇ, G1 G2 G3 ਇਹ ਸਾਰੇ 7 ਆਰਡਰ ਦੇ ਸੀ। A B ਵੀ 7 ਆਰਡਰ ਦਾ ਹੀ ਹੈ, ਇਹ ਸਾਰੇ ਬਾਕਸ 'ਚ 7 ਆਰਡਰ ਦੇ ਗਰੁੱਪ ਪਏ ਆ। ਹੁਣ ਮੇਰੀ ਗੱਲ ਸੁਣੋ, ਮੈਂ ਇਕੱਲੇ A ਨੂੰ ਮੰਨ ਲਓ 7 ਆਰਡਰ ਦੇ ਇੰਨੇ ਗਰੁੱਪ ਸੀ A B, ਵੈਸੇ ਤਾਂ ਬਹੁਤ ਹੋਣਗੇ, ਮੰਨ ਲਓ ਇਹੀ ਆ A B G1 G2 G3 G1 ਵਾਲੇ ਸਾਰੇ ਇਹ B ਹੋ ਗਿਆ, 7 ਆਰਡਰ ਦੇ ਇੰਨੇ ਹੀ ਆ। ਕਿਉਂਕਿ G1 ਇਹਦੇ ਵਰਗਾ ਇਹ ਵੀ ਇਹਦੇ ਵਰਗਾ ਇਹ ਵੀ ਇਹਦੇ ਵਰਗਾ, ਸੋ ਮੈਂ ਇਹਨਾਂ ਨੂੰ ਨਹੀਂ ਪੜੂੰਗਾ, ਇਕੱਲੇ A ਨੂੰ ਪੜੂੰਗਾ। ਬਾਕੀ ਇਹ ਇਹਦੇ ਵਰਗਾ ਇਹਦੇ ਵਰਗਾ ਇਹਦੇ ਵਰਗਾ ਇਹਦੇ ਵਰਗਾ ਇਹਨਾਂ ਨੂੰ ਨਹੀਂ ਪੜੂੰਗਾ, ਇਕੱਲੇ B ਨੂੰ ਪੜੂੰਗਾ। ਸੋ ਸਟੱਡੀ ਕਰਨ ਵਾਸਤੇ 7 ਆਰਡਰ ਦੇ ਕਿੰਨੇ ਗਰੁੱਪ ਨੂੰ ਪੜ੍ਹਨਾ ਲਾਜ਼ਮੀ ਹੈ ਤੁਹਾਡੇ ਵਾਸਤੇ? ਤੁਸੀਂ ਕਹੋਗੇ ਸਰ A ਤੇ B। ਉਸ ਲਿਹਾਜ਼ ਨਾਲ ਮੈਂ ਕਹੂੰਗਾ ਇਹ ਸਾਰਾ ਕੁਛ ਕਰਕੇ ਮੈਂ ਕਹੂੰਗਾ ਦੇਰ ਐਗਜ਼ਿਸਟ ਓਨਲੀ 2 ਗਰੁੱਪਸ ਆਫ ਆਰਡਰ 7। ਸਮਝ ਲੱਗੀ ਹੁਣ? ਵੈਸੇ ਬਹੁਤ ਸੀ ਪਰ ਉਹ ਆਪਾਂ ਕਚਰਾ ਸੀ, ਉਹਨਾਂ ਨੂੰ ਆਪਾਂ ਲੈਣਾ ਕੀ ਆ? ਆਪਾਂ ਛਾਂਟ ਲੈ ਦੋ। ਹੁਣ ਆਪਾਂ ਨੂੰ ਕੀ ਪਤਾ ਲੱਗਿਆ ਕਿ ਵੈਸੇ ਤਾਂ ਬਹੁਤ ਆ, ਢੇਰ ਲੱਗਿਆ ਹੋਇਆ 7 ਆਰਡਰ ਦੇ ਗਰੁੱਪ ਨੂੰ। ਇੱਥੇ ਬਹੁਤ ਲੱਗੇ ਪਏ ਆ, 1 2 3 ਕਈ ਗਰੁੱਪ ਪਏ ਆ 7 ਆਰਡਰ ਦੇ, ਪਰ ਇਹ ਸਾਰੇ A ਵਰਗੇ ਆ। ਇੱਥੇ ਵੀ ਕਈ ਪਏ ਆ ਗਰੁੱਪ, ਇਹ ਸਾਰੇ B ਵਰਗੇ ਆ। ਸੋ ਕਿਉਂ ਨਾ ਇਕੱਲੇ A ਤੇ B ਨੂੰ ਪੜ੍ਹ ਲਈਏ ਤੇ ਆਪਾਂ ਇਹੀ ਕਹਿ ਦਈਏ ਵੀ 7 ਆਰਡਰ ਦੇ ਸਿਰਫ 2 ਗਰੁੱਪ ਹੁੰਦੇ ਆ। ਸਮਝ ਲੱਗੀ? ਇੱਕ ਚੀਜ਼ ਹੈ, ਜੇ ਮੰਨ ਲਓ ਆਪਣੇ ਕੋਲ ਦੇਖੋ ਇੱਥੇ K1 K2 K3 K4, ਮੰਨ ਲਓ K1 K2 ਦੇ ਆਈਸੋਮੋਰਫਿਕ ਆ, K2 K3 ਦੇ ਆਈਸੋਮੋਰਫਿਕ ਨਹੀਂ ਗਾ। ਨੋਨ ਆਈਸੋਮੋਰਫਿਕ ਨੂੰ ਐਂ ਟੇਢੀ ਲਾਈਨ ਮਾਰ ਦਿੰਦੇ ਹੁੰਦੇ ਵਿੱਚ, ਜਿਵੇਂ ਨੋਟ ਇਕੁਅਲ ਦਾ ਹੁੰਦਾ। K3 K4 ਦੇ ਆਈਸੋਮੋਰਫਿਕ ਨਹੀਂ ਹੈ। ਮੈਨੂੰ ਇੱਕ ਗੱਲ ਧਿਆਨ ਨਾਲ ਦੇਖ ਕੇ ਦੱਸੋ, ਇੱਥੇ ਡਿਸਟਿੰਕਟ ਮਤਲਬ ਪੜ੍ਹਨ ਯੋਗ ਗਰੁੱਪ ਕਿੰਨੇ ਆ ਇੱਥੇ? ਦੇਖੋ K1 ਨੂੰ ਪੜ੍ਹ ਲਓ ਚਾਹੇ K2 ਨੂੰ ਪੜ੍ਹ ਲਓ, ਇੱਕ ਹੀ ਗੱਲ ਆ। ਸੋ ਇੱਥੇ ਮੈਂ ਇਕੱਲਾ K2 ਪੜੂੰਗਾ। K2 ਤੇ K3 ਡਿਫਰੈਂਟ ਆ, ਸੋ ਇੱਥੇ K3 ਵੀ ਪੜ੍ਹਨਾ ਪਊਗਾ। K3 ਤੇ K4 ਡਿਫਰੈਂਟ ਆ, K4 ਵੀ ਪੜ੍ਹਨਾ ਪਊਗਾ। ਸੋ ਇਹ 3 ਡਿਸਟਿੰਕਟ ਗਰੁੱਪ ਆ ਗਏ ਇਸ ਕੇਸ 'ਚ।
K1 ਨੂੰ ਆਪਾਂ ਛੱਡਤਾ। ਸੋ ਜਿਹੜੇ ਇਕੁਅਲ ਆ ਉਹ ਛੱਡ ਦਈਦੇ ਆ। ਇੱਥੇ ਵੀ ਸੇਮ ਚੀਜ਼ ਹੋਈ ਆ। ਆਪਣੇ ਕੋਲੇ ਵੈਸੇ ਰਾਜੇ 2 ਗਰੁੱਪ ਹੁੰਦੇ ਆ, ਇੱਕ Z4, ਧਿਆਨ ਨਾਲ ਦੇਖੋ ਇੱਥੇ ਇੱਕ ਐਲੀਮੈਂਟ ਆਰਡਰ 4 ਦਾ ਹੈ, ਹਾਂ ਹੈ। ਇਹ ਕੀ ਹੋ ਗਿਆ ਫਿਰ? ਇਹ ਸਾਈਕਲਿਕ ਹੋ ਗਿਆ। ਇੱਕ ਐਲੀਮੈਂਟ ਆਰਡਰ 4 ਦਾ ਮਿਲ ਜੇ ਸਾਈਕਲਿਕ ਹੋ ਜਾ। ਇਹਦੇ 'ਚ ਇੱਕ ਐਲੀਮੈਂਟ ਆਰਡਰ 4 ਦਾ ਹੈ, ਹਾਂ 1, ਇਹ ਵੀ ਫਿਰ ਸਾਈਕਲਿਕ ਹੋ ਗਿਆ। ਇਹਦੇ 'ਚ ਇੱਕ ਐਲੀਮੈਂਟ ਆਰਡਰ 4 ਦਾ ਹੈ ਨਹੀਂ, ਕਿਉਂਕਿ ਸਾਰਿਆਂ ਦਾ ਐਲੀਮੈਂਟ 2, ਇਹ ਨੌਨ ਸਾਈਕਲਿਕ ਹੋ ਗਿਆ। ਰਾਜੇ ਇੱਕ ਚੀਜ਼ ਦੇਖਿਓ, ਆਪਾਂ ਇੱਕ ਰਿਜ਼ਲਟ ਪ੍ਰੂਵ ਕੀਤਾ ਸੀ ਕਿ ਹਰੇਕ ਸਾਈਕਲਿਕ ਗਰੁੱਪ 4 ਆਰਡਰ ਦਾ ਕਿਹਦੇ ਵਰਗਾ ਹੁੰਦਾ? Z4 ਵਰਗਾ। ਦੇਖੋ Z4 ਤਾਂ Z4 ਵਰਗਾ ਹੋਣਾ ਹੀ ਆ। ਆਹ ਜਿਹੜਾ ਨਾ 4 ਆਰਡਰ ਦਾ ਸਾਈਕਲਿਕ ਗਰੁੱਪ, ਇਹ ਵੀ ਇਹਦੇ ਵਰਗਾ ਹੀ ਆ। ਸੋ ਇਹਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ। ਹੁਣ ਸਮਝ ਲੱਗਦੀ ਹੈ? ਇਹ ਨੌਨ ਸਾਈਕਲਿਕ ਆ, ਇਹ ਸਾਈਕਲਿਕ ਆ। ਨੌਨ ਸਾਈਕਲਿਕ ਤੇ ਸਾਈਕਲਿਕ ਦਾ ਇੱਕ ਦੂਜੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਸਾਈਕਲਿਕ ਹੋਣਾ ਅਲੱਗ ਤਰ੍ਹਾਂ ਦੀ ਗੱਲ ਆ, ਨੌਨ ਸਾਈਕਲਿਕ ਹੋਣਾ ਅਲੱਗ ਤਰ੍ਹਾਂ ਦੀ ਗੱਲ ਆ, ਇੱਕ ਪ੍ਰੋਪਰਟੀ ਆ। ਸੋ ਇੱਕ ਸਾਈਕਲਿਕ ਤੇ ਨੌਨ ਸਾਈਕਲਿਕ ਗਰੁੱਪ ਕਦੇ ਵੀ ਆਈਸੋਮੋਰਫਿਕ ਨਹੀਂ ਹੋ ਸਕਦੇ। ਆਈਸੋਮੋਰਫਿਕ ਹੋਣਾ ਮਤਲਬ ਸਾਰੀਆਂ ਪ੍ਰੋਪਰਟੀਆਂ ਇੱਕ ਦੂਜੇ ਦੀਆਂ ਸੇਮ ਹੋਣੀਆਂ। ਮਤਲਬ ਇੱਕ ਸਾਈਕਲਿਕ ਹੈ, ਦੂਸਰਾ ਵੀ ਸਾਈਕਲਿਕ ਹੋਣਾ ਕੰਪਲਸਰੀ ਹੈ। ਤੁਸੀਂ ਜਿੰਨਾ ਟਾਈਮ MSc 'ਚ ਨਹੀਂ ਨਾ ਪਹੁੰਚਦੇ, ਤੁਹਾਨੂੰ ਇਹੀ ਲੱਗਦਾ ਰਹਿੰਦਾ ਵੀ ਆਈਸੋਮੋਰਫਿਜ਼ਮ ਮਤਲਬ ਆਰਡਰ ਸੇਮ। G1 G2 ਦੇ ਆਈਸੋਮੋਰਫਿਕ ਆ, ਇਹਦਾ ਮਤਲਬ ਆਰਡਰ ਆਫ G1 ਇਜ਼ ਇਕੁਅਲ ਟੂ ਆਰਡਰ ਆਫ G2। ਬਸ ਇੰਨਾ ਕੀ ਸਮਝਾਇਆ ਜਾਂਦਾ MSc ਤੱਕ ਹੀ। ਪਰ ਆਈਸੋਮੋਰਫਿਜ਼ਮ ਦਾ ਕੰਸੈਪਟ ਇਸ ਤੋਂ ਕਿਤੇ ਵੱਡਾ। ਆਈਸੋਮੋਰਫਿਜ਼ਮ ਦਾ ਮਤਲਬ ਉਹਦੀਆਂ ਪ੍ਰੋਪਰਟੀਆਂ ਨੂੰ ਸੇਮ ਰੱਖ ਲੈਣਾ। ਜੇ ਇਹਦੀਆਂ ਪ੍ਰੋਪਰਟੀਆਂ ਕੀ ਆ? ਇਹ ਸਾਈਕਲਿਕ ਆ। ਹੋਰ ਕੀ ਹੈ? ਇਹ ਅਬੇਲੀਅਨ ਆ। ਇਹਦੇ 'ਚ ਐਲੀਮੈਂਟ 4 ਆ। ਇਹਦੇ ਕੋਲੇ 2 ਆਰਡਰ ਦੇ ਐਲੀਮੈਂਟ 3 ਆ। ਐਲੀਮੈਂਟਸ ਆਫ ਆਰਡਰ 2 ਆਰ 3। ਤੇ G2 ਜੇ ਆਈਸੋਮੋਰਫਿਕ ਆ ਨਾ G1 ਦੇ, ਤਾਂ G1 ਆ ਜਿਹੜਾ ਇਹ ਸਾਈਕਲਿਕ ਹੋਊਗਾ। G1 ਅਬੇਲੀਅਨ ਵੀ ਹੋਊਗਾ। G2 ਜੇ G1 ਦੇ ਆਈਸੋਮੋਰਫਿਕ ਆ ਨਾ, ਤਾਂ G2 ਆ ਜਿਹੜਾ ਇਹ ਸਾਈਕਲਿਕ ਵੀ ਹੋਊਗਾ। G2 ਅਬੇਲੀਅਨ ਵੀ ਹੋਊਗਾ। G2 ਆਰਡਰ 4 ਦਾ ਵੀ ਹੋਊਗਾ। G2 'ਚ 2 ਆਰਡਰ ਦੇ ਐਲੀਮੈਂਟ ਵੀ 3 ਹੋਣਗੇ। ਜੇ ਇੱਕ ਵੀ ਜ਼ਿਆਦਾ ਐਲੀਮੈਂਟ ਹੋਇਆ ਨਾ, ਜੇ ਮਤਲਬ ਇੱਥੇ ਇਹਨਾਂ ਨੇ ਕਿਹਾ ਵੀ ਇਹਦੇ 'ਚ ਐਲੀਮੈਂਟਸ 2 ਆਰਡਰ ਦੇ ਆ ਜਿਹੜੇ, ਉਹ 5 ਆ, ਚਲੋ 4 ਹੀ ਲਾ ਲਓ, ਚਲੋ 2 ਹੀ ਲਾ ਲਓ, ਜਾਂ 1 ਲਾ ਲਓ, ਇਹਦੇ ਨਾਲੋਂ ਡਿਫਰੈਂਟ 3 ਨਾਲੋਂ ਕੋਈ ਵੀ ਨੰਬਰ, ਤਾਂ ਇਹ ਨੌਨ ਆਈਸੋਮੋਰਫਿਕ ਹੋ ਜਾਊਗਾ ਉਸੇ ਟਾਈਮ। ਤੇ ਇਹ ਚੀਜ਼ ਜਿਹੜੀ ਮੈਂ ਅੱਜ ਤੁਹਾਨੂੰ ਦੱਸ ਰਿਹਾ ਨਾ, ਤੁਹਾਡੇ ਇੰਨੀ ਕੰਮ ਆਉਣੀ ਆ ਨਾ MSc 'ਚ ਆਈਸੋਮੋਰਫਿਜ਼ਮ ਜਦੋਂ ਸਮਝੋਗੇ, MSc ਤੋਂ ਬਾਅਦ ਵੀ ਨੈਟ 'ਚ। ਠੀਕ ਹੈ, ਹੁਣ ਦੇਖੋ ਕੀ ਇਹਦੇ ਵਾਲਾ ਸਾਰਾ ਕੁਝ ਆਪਾਂ ਇੱਕ ਰਿਜ਼ਲਟ ਪ੍ਰੂਵ ਕੀਤਾ ਸੀ ਕਿ ਜੇ ਹੁਣ ਇੱਕ ਥੋੜ੍ਹਾ ਜਿਹਾ ਕੰਸੈਪਟ ਇੱਥੇ ਸਮਝ ਹੀ ਲਓ ਕਿ ਜੇ every cyclic group of order n is isomorphic to ZNZ। ਇਹਦੇ ਆਈਸੋਮੋਰਫਿਕ ਹੁੰਦਾ। ਮੈਂ ਤੁਹਾਨੂੰ ਕਿਹਾ ਸੀ ਇਹਦੀ ਜਗ੍ਹਾ ਇਹ ਵੀ ਲਿਖ ਸਕਦੇ ਆ, ਜਾਂ ਇਹਦੀ ਜਗ੍ਹਾ ਇਹ ਨਵੀਂ ਨੋਟੇਸ਼ਨ ਆ ਇਹ ਵੀ ਲਿਖ ਸਕਦੇ ਆ। ਇੱਕੋ ਹੀ ਗੱਲ ਆ, ਇਹ ਦੋਵੇਂ ਤਾਂ ਸੇਮ ਹੀ ਆ, ਇਕੁਅਲ ਆ, ਹੈ ਨਾ। ਇਹ ਦੋਵੇਂ ਆਈਸੋਮੋਰਫਿਕ ਹੁੰਦੇ ਆ। ਸੋ ਆਪਾਂ ਇਹਨਾਂ ਤਿੰਨਾਂ ਦੀ ਜਗ੍ਹਾ 'ਤੇ ਕੋਈ ਵੀ ਲਿਖ ਸਕਦੇ ਹਾਂ। ਸੋ ਆਪਾਂ ਜ਼ਿਆਦਾਤਰ ਇੱਥੇ ਨਾ ZN ਪਾਉਂਦੇ ਹੁੰਦੇ ਹਾਂ, ਜਾਂ ਕਈ ਵਾਰੀ ਇਹ ਪਾ ਦਿੰਦੇ ਹੁੰਦੇ ਆ Z ਕੋਸ਼ੈਂਟ NZ। ਹੁਣ ਇੱਕ ਚੀਜ਼ ਦੇਖੋ, ਮੰਨ ਲਓ ਤੁਸੀਂ ਮੇਰੇ ਕੋਲੇ ਨਾ 3 ਸਾਈਕਲਿਕ ਗਰੁੱਪ ਲੈ ਕੇ ਆਏ, Z1 Z2 Z3, ਮੰਨ ਲਓ Z4, ਤੇ ਇਹ ਤੁਸੀਂ ਕਿਹਾ ਜੀ ਇਹ ਸਾਈਕਲਿਕ ਨੇ ਸਾਰੇ ਹੀ, ਤੇ ਇਹਨਾਂ ਸਾਰਿਆਂ ਦਾ ਆਰਡਰ N ਆ ਐਂਡ ਆਰ ਸਾਈਕਲਿਕ। ਮੈਂ ਉਸ ਟਾਈਮ ਹੀ ਕਿਹਾ, ਮੈਂ ਕਹੂੰਗਾ 4 ਨਹੀਂ ਆਪਾਂ ਪੜ੍ਹਨੇ। G1 ਆ ਜਿਹੜਾ ਇਹ ਕਿਹਦੇ ਆਈਸੋਮੋਰਫਿਕ ਹੋਊਗਾ? ਓਬਵੀਅਸਲੀ ZN ਦੇ। G2 ਆ ਜਿਹੜਾ ਉਹ ਕਿਹਦੇ ਆਈਸੋਮੋਰਫਿਕ ਹੋਊਗਾ? ਥਿਓਰਮ ਕੀ ਕਹਿੰਦੀ ਹੈ? ZN ਦੇ। G3 ਕਿਹਦੇ ਆਈਸੋਮੋਰਫਿਕ ਹੈ? ZN ਦੇ। G4 ਕਿਹਦੇ ਆਈਸੋਮੋਰਫਿਕ ਹੈ? ZN ਦੇ। ਸੋ ਇੱਕ ਚੀਜ਼ ਦੇਖੋ, ਇੱਥੋਂ ਇੱਕ ਚੀਜ਼ ਹੋਰ ਪ੍ਰੂਵ ਹੁੰਦੀ ਹੈ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ, ਜੇ G1 ZN ਵਰਗਾ, G2 ਵੀ ZN ਵਰਗਾ, ਤਾਂ G1 ਆ ਜਿਹੜਾ ਉਹ G2 ਵਰਗਾ ਹੋਊਗਾ। ਇਹ ਆਈਸੋਮੋਰਫਿਜ਼ਮ ਨੂੰ ਨਾ ਇਕੁਅਲੀ ਸਮਝ ਕੇ ਚੱਲੋ ਬਸ। ਇਹ ਇਹਦੇ ਇਕੁਅਲ ਆ, ਇਹ ਇਹਦੇ ਇਕੁਅਲ ਆ, ਤਾਂ ਦੋਵੇਂ ਇਕੁਅਲ ਹੋਣਗੇ। ਇਹ ਇਹਦਾ ਹਮਸ਼ਕਲ ਆ, ਇਹ ਇਹਦਾ ਹਮਸ਼ਕਲ ਆ, ਤੇ ਇਹ ਦੋਵੇਂ ਵੀ ਤਾਂ ਹਮਸ਼ਕਲ ਹੋਣਗੇ ਹੀ ਨਾ। ਸਿਮਿਲਰਲੀ G2 ਆ ਜਿਹੜਾ ਉਹ ZN ਦੇ ਆ, G3 ZN ਦੇ ਆ, ਤਾਂ ਇਹਦਾ ਮਤਲਬ G2 ਤੇ G3 ਵੀ ਆਈਸੋਮੋਰਫਿਕ ਹੋਣਗੇ, G3 ਤੇ G4 ਵੀ ਆਈਸੋਮੋਰਫਿਕ ਹੋਣਗੇ। ਸੋ ਇੱਥੋਂ ਮੈਨੂੰ ਕੀ ਪਤਾ ਲੱਗਿਆ? G1 G2 G3 G4 ਤੇ ਅਲਟੀਮੇਟਲੀ ZN, ਇਹ ਸਾਰੇ ਆਈਸੋਮੋਰਫਿਕ। ਸੋ ਇਹਨਾਂ ਸਾਰਿਆਂ ਨੂੰ ਆਪਾਂ ਮਾਰ ਦਾਂਗੇ ਕਾਂਟਾ। ਮੈਂ ਕਹੂੰਗਾ ਇਕੱਲਾ ZN ਬਾਰੇ ਪੜ੍ਹਨਾ,
ਇਹਨੂੰ ਇਹਦੇ ਐਲੀਮੈਂਟਸ ਦੇਖੋ, ਕਿਹਦਾ ਕਿੰਨਾ ਆਰਡਰ ਆ, ਕਿਹਦਾ ਕਿੰਨਾ ਆਰਡਰ ਆ, ਇਕੱਲਾ ZN ਪੜੋ, ਬਾਕੀ ਸਾਰੇ ਛੱਡ ਦਿਓ। ਹੁਣ ਇੱਕ ਬੰਦਾ ਕਹਿੰਦਾ ਇਹਨਾਂ 'ਚੋਂ ਉੱਠ ਕੇ ਕਿ ਸਰ ਮੈਂ ਇੱਕ ਨਵਾਂ ਗਰੁੱਪ ਲਿਆਇਆ G5 ਤੇ ਇਹਦਾ ਆਰਡਰ ਹੈਗਾ N। ਇਹ ਬੰਦੇ ਨੇ ਚਲਾਕੀ ਖੇਡੀ, ਕਹਿੰਦਾ ਪਰ ਇਹ ਸਾਈਕਲਿਕ ਨਹੀਂ ਹੈ, ਇਹ ਨੋਨ ਸਾਈਕਲਿਕ ਹੈ। ਹੁਣ ਦੇਖੋ, ਹੁਣ ਪੰਗਾ ਪੈ ਗਿਆ। ਹੁਣ ਮੈਂ G5 ਨੂੰ ਇਹਦੇ ਆਈਸੋਮੋਰਫਿਕ ਨਹੀਂ ਲਿਖ ਸਕਦਾ ZN ਦੇ, ਭਾਵੇਂ ਇਹਦਾ ਆਰਡਰ N ਆ। ਕਿਉਂ ਨਹੀਂ ਲਿਖ ਸਕਦਾ? ਕਿਉਂਕਿ ਇਹ ਸਾਈਕਲਿਕ ਹੈ, ਇਹ ਨੋਨ ਸਾਈਕਲਿਕ ਹੈ। ਸੋ ਇੱਥੇ ਅਲਟੀਮੇਟਲੀ ਇਸ ਸਾਰੇ ਪੇਜ ਦੇ ਉੱਪਰ ਜੇ ਮੈਂ ਤੁਹਾਨੂੰ ਪੁੱਛਾਂ ਵੀ ਕਿੰਨੇ ਗਰੁੱਪ ਲਿਖੇ ਹੋਏ ਆ, ਤਾਂ ਤੁਸੀਂ ਕਹੋਗੇ ਸਰ ਇੱਕ ਤਾਂ ZN ਹੋ ਗਿਆ, ਇੱਕ G5 ਹੋ ਗਿਆ। ਇਹ ਸਾਰੇ ਪੇਜ ਦੇ ਉੱਪਰ 2 ਗਰੁੱਪ ਲਿਖੇ ਹੋਏ ਆ। ਹਜੇ ਵੀ ਜਿਹਨੂੰ ਇੱਥੇ G1 G2 G3 G4 ਤੇ G5 ਤੇ ZN ਕਿੰਨੇ ਹੋ ਗਏ? 6 ਗਰੁੱਪ ਲਿਖੇ ਦਿਖਦੇ ਆ ਜੇ ਕਿਸੇ ਨੂੰ, ਤਾਂ ਇਹਦਾ ਮਤਲਬ ਉਹਦਾ ਅਲਜਬਰਾ ਕਮਜ਼ੋਰ ਆ, ਉਹ ਨਲਾਇਕ ਸਮਝਿਆ ਜਾਊਗਾ ਉਹਨੂੰ ਇਨ ਫਿਊਚਰ। ਧਿਆਨ ਰੱਖਿਓ ਇਸ ਚੀਜ਼ ਦਾ। ਇੱਥੇ 2 ਗਰੁੱਪ ਲਿਖੇ ਹੋਏ ਆ। ਮੰਨ ਲਓ ਇੱਕ ਹੋਰ ਬੰਦਾ ਆ ਕੇ ਕਹਿੰਦਾ ਕਿ ਸਰ ਮੈਂ ਇੱਕ G6 ਲਿਆਇਆ, ਇਹ G5 ਦੇ ਆਈਸੋਮੋਰਫਿਕ ਆ। ਮੈਂ ਉਹਨੂੰ ਕਹੂੰਗਾ ਨਹੀਂ ਨਹੀਂ ਮੁੜ ਜਾ, ਸਾਡੇ ਕੋਲ ਹੈਗਾ ਇਹਦੇ ਵਰਗਾ ਇੱਕ ਹੋਰ। ਸਮਝ ਲੱਗੀ? ਇਹਦੇ ਵਰਗਾ ਤਾਂ ਆਲਰੇਡੀ ਹੈਗਾ, ਅਸੀਂ ਇਹਦਾ ਕੀ ਕਰਨਾ, ਇਹਦਾ ਅਚਾਰ ਪਾਉਣਾ ਅਸੀਂ। ਜੇ ਇੱਕ ਬੰਦਾ ਹੋਰ ਆ ਕੇ ਕਹਿੰਦਾ ਹੁਣ ਸਰ ਮੇਰੇ ਕੋਲ ਇੱਕ ਹੋਰ ਹੈਗਾ ਵਾ G7, ਉਹ ZN ਵਰਗਾ, ਉਹਨੂੰ ਵੀ ਆਪਾਂ ਮੋੜ ਦੇਣਾ। ਹੈਗਾ ਆਪਾਂ ਕਹਾਂਗੇ ਬਹੁਤ ਆ ਸਾਡੇ ਕੋਲੇ ਹੁਣ। ਸਮਝ ਲੱਗੀ? ਜੇ ਕੋਈ ਬੰਦਾ ਆ ਕੇ ਕਹਿੰਦਾ ਵੀ ਸਾਡੇ ਕੋਲੇ ਸਰ ਇੱਕ K ਗਰੁੱਪ ਆ, ਨਾ ਤਾਂ ਉਹ ZN ਵਰਗਾ ਨਾ ਉਹ G5 ਵਰਗਾ, ਉਹਨੂੰ ਆਪਾਂ ਕਹਾਂਗੇ ਲਿਆ ਇਹਨੂੰ ਵਿੱਚ ਸ਼ਾਮਲ ਕਰ। ਆਪਾਂ ਅੱਡ ਅੱਡ ਦੇ ਗਰੁੱਪ ਪੜ੍ਹਨਾ ਚਾਹੁੰਦੇ ਆ, ਇਹ ਚੀਜ਼ ਦਾ ਧਿਆਨ ਰੱਖਿਓ। ਹੁਣ ਤੁਹਾਨੂੰ ਸਮਝ ਲੱਗੂਗੀ ਇਹ ਥਿਓਰਮ। ਚਲੋ ਹੋ ਪ੍ਰੂਵ ਦੈਟ ਦੇਰ ਆਰ only 2 groups of order 4। 4 ਆਰਡਰ ਦੇ 2 ਗਰੁੱਪ ਹੁੰਦੇ ਆ। ਹੁਣ ਵੈਸੇ ਤਾਂ ਬਹੁਤ ਆ, ਪਰ ਡਿਫਰੈਂਟ 2 ਆ। ਮਤਲਬ ਉਹ ਜਿਹੜੇ 2 ਲੱਭਣਗੇ ਉਹ ਪਹਿਲਾਂ ਤਾਂ ਇੱਕ ਦੂਜੇ ਦੇ ਆਈਸੋਮੋਰਫਿਕ ਨਹੀਂ ਹੋਣਗੇ, ਇੱਕ ਦੂਜੇ ਦੇ ਵਰਗੇ ਨਹੀਂ ਹੋਣਗੇ ਦੋਵੇਂ, ਤੇ ਹੋਰ ਜਿੰਨੇ ਵੀ ਲੱਭੋਗੇ ਤੁਸੀਂ ਉਹ ਉਹਨਾਂ ਦੋਹਾਂ ਵਰਗੇ ਹੋਣਗੇ। ਜਾਂ ਪਹਿਲੇ ਵਰਗਾ ਹੋਊਗਾ, ਮੰਨ ਲਓ ਕੋਈ ਰਾਹੁਲ ਮੇਰੇ ਕੋਲ ਇੱਕ ਗਰੁੱਪ ਚੱਕ ਕੇ ਲਿਆਇਆ, ਉਹ ਜਾਂ ਤਾਂ ਪਹਿਲੇ ਵਰਗਾ ਹੋਊਗਾ ਜਾਂ ਦੂਸਰੇ ਵਰਗਾ ਹੋਊਗਾ। ਫਿਰ ਕੋਈ ਮੰਨ ਲਓ ਇੱਕ ਹੋਰ ਸਟੂਡੈਂਟ ਗਰੁੱਪ ਚੱਕ ਕੇ ਲਿਆਇਆ, ਉਹ ਇਹਦੇ ਵਰਗਾ ਹੋ ਜਾਊਗਾ। ਹੋਰ ਚੱਕ ਕੇ ਲਿਆਓ ਇਹਦੇ ਵਰਗਾ ਹੋ ਜਾਊਗਾ, ਹੋਰ ਚੱਕ ਕੇ ਲਿਆ ਇਹਦੇ ਵਰਗਾ ਹੋ ਜਾਊਗਾ। ਮਤਲਬ ਡਿਫਰੈਂਟ 2 ਹੀ ਆ, ਬਾਕੀ ਸਾਰੇ ਇਹਨਾਂ ਵਰਗੇ ਹੀ ਹੋਣਗੇ। ਚਲੋ ਪ੍ਰੂਫ ਕਰੀਏ। ਮੰਨ ਲਓ ਇੱਥੇ ਲੈਟ G be any group of order 4। ਠੀਕ ਹੈ, ਇੱਥੇ ਕੇਸ ਡਿਸਕਸ ਕਰਦੇ ਹਾਂ। ਕੇਸ 1 ਰਾਜੇ ਬੁੱਕ 'ਤੇ ਥੋੜ੍ਹਾ ਜਿਹਾ ਪ੍ਰੂਫ ਮੈਨੂੰ ਗਲਤ ਲੱਗਿਆ, ਮੈਂ ਤਾਂ ਚੇਂਜ ਕਰਨ ਲੱਗਾ ਇੱਥੇ। ਕੇਸ 1 ਇਫ G has an element of order 4। ਠੀਕ ਹੈ ਜੀ, G ਦੇ ਜਿਹੜਾ ਐਲੀਮੈਂਟ ਆ, ਜੇ G ਕੋਲੇ ਐਲੀਮੈਂਟ ਹੈ 4 ਆਰਡਰ ਦਾ, ਤਾਂ ਕੀ ਹੋਊਗਾ? ਦੈਨ G ਕੀ ਹੋਊਗਾ? G be a ਸਾਈਕਲਿਕ ਗਰੁੱਪ ਹੋਊਗਾ ਕਿ ਨਹੀਂ? ਆਪਾਂ ਥਿਓਰਮ ਕੀਤੀ ਸੀ ਕਿ ਐਲੀਮੈਂਟ ਗਰੁੱਪ ਦੇ ਆਰਡਰ ਦੇ ਬਰਾਬਰ ਹੈ। ਇੱਕ ਐਲੀਮੈਂਟ ਲੱਭ ਗਿਆ, ਇਹਦਾ ਮਤਲਬ ਕੀ ਹੈ? ਸਾਈਕਲਿਕ ਗਰੁੱਪ ਹੋਊਗਾ। ਆਲਸੋ ਇੱਕ ਆਪਾਂ ਹੋਰ ਥਿਓਰਮ ਕੀਤੀ ਸੀ, ਵੀ ਨੋ ਦੈਟ every cyclic group of order 4 order n is isomorphic to Zn ਜਾਂ Z quotient NZ। ਅੱਛਾ, ਜੇ ਆਪਣੇ ਕੋਲੇ ਹੁਣ ਇੱਥੇ ਗੱਲ ਕਰੀਏ, G ਦਾ ਆਰਡਰ ਕਿੰਨਾ? 4 ਹੋ ਗਿਆ ਇਹ ਸਾਈਕਲਿਕ ਗਰੁੱਪ। ਦੇਅਰਫੋਰ G ਕਿਹਦੇ ਆਈਸੋਮੋਰਫਿਕ ਹੋਊਗਾ? Z ਕੁਸ਼ੈਂਟ 4Z। ਜਾਂ ਇਹਨੂੰ ਕਹਿ ਲਓ ਔਰ ਇੱਥੇ ਔਰ ਪਾ ਲਓ Z4 ZN ਵੀ ਲਿਖ ਲੈਂਦੇ ਇਹਨੂੰ। ਸੋ ਇਹਦਾ ਮਤਲਬ ਕੀ ਹੋ ਗਿਆ? G ਜਾਂ ਤਾਂ ਆਈਸੋਮੋਰਫਿਕ ਹੋਊਗਾ ZN ਦੇ, Z ਇੱਥੇ ਕੀ ਆ ਜਾਊਗਾ 4। ਇਹ ਦੋਵਾਂ ਬਾਰੇ ਮੈਂ ਪਹਿਲਾਂ ਹੀ ਤੁਹਾਨੂੰ ਦੱਸਤਾ ਸੀਗਾ ਵੀ ਦੋਵੇਂ ਆਈਸੋਮੋਰਫਿਕ ਹੁੰਦੇ ਆ। ਠੀਕ ਹੈ ਜੀ। ਸੋ ਇੱਥੇ ਆਪਣੇ ਕੋਲੇ ਕੀ ਆ ਗਿਆ? ਸੋ ਮੈਨੂੰ ਜ਼ਿਆਦਾ ਇਹ ਵਧੀਆ ਲੱਗਦਾ, ਮੈਂ ਤਾਂ ਪ੍ਰੂਫ ਆਪਾਂ ਇਹਦਾ ਕੀਤਾ ਸੀ, ਜਿਹੜਾ ਮਰਜ਼ੀ ਰੱਖ ਲਓ ਯਾਰ, ਕੋਈ ਪ੍ਰੋਬਲਮ ਨਹੀਂ। ਸੋ ਮੈਂ ਇੱਥੇ ਇਕੱਲਾ ਇਹ ਰੱਖਣ ਲੱਗਾ Z ਕੁਸ਼ੈਂਟ 4Z। ਠੀਕ ਹੈ, ਇਹਦੇ ਬਰਾਬਰ ਆ ਗਿਆ ਕੇਸ 2 ਇਫ G has
नो एलीमेंट ऑफ ऑर्डर 4। ਇਹਦਾ ਮਤਲਬ ਕੀ ਹੈ, ਜੀ ਕੋਲੇ ਐਲੀਮੈਂਟ ਹੀ ਨਹੀਂ 4 ਆਰਡਰ ਦਾ। ਫਿਰ ਇਹਦਾ ਜਨਰੇਟਰ ਕੌਣ ਬਣੂਗਾ? ਇੱਕ ਦੇਖੋ, ਜੇ ਇਹਨੂੰ ਸਾਈਕਲਿਕ ਮੰਨਦੇ ਆ, ਇਹਦਾ ਸਾਈਕਲਿਕ ਦਾ ਇੱਕ ਜਨਰੇਟਰ ਹੁੰਦਾ ਤੇ ਜਨਰੇਟਰ ਦਾ ਆਰਡਰ ਗਰੁੱਪ ਦੇ ਆਰਡਰ ਦੇ ਬਰਾਬਰ ਹੁੰਦਾ। ਸੋ ਇਹਦਾ ਮਤਲਬ ਜਨਰੇਟਰ ਹੋ ਹੀ ਨਹੀਂ ਸਕਦਾ ਇਹਦੇ 'ਚ, ਕਿਉਂਕਿ ਜਨਰੇਟਰ ਦਾ ਆਰਡਰ ਤਾਂ ਹੋਣਾ ਚਾਹੀਦਾ ਸੀ 4 ਤੇ ਇਹਦੇ 'ਚ ਤਾਂ ਕੋਈ ਐਲੀਮੈਂਟ ਹੀ ਨਹੀਂ ਹੈ 4 ਆਰਡਰ ਦਾ। ਇਹਦਾ ਮਤਲਬ ਦੇਅਰਫੋਰ ਜੀ ਇਜ਼, ਇਸ ਕੇਸ 'ਚ ਜੀ ਕੀ ਹੋ ਗਿਆ? ਨੋਨ ਸਾਈਕਲਿਕ ਹੋ ਗਿਆ। ਤਾਂ ਹੀ ਇਹ ਕੇਸ ਡਿਫਰੈਂਟ ਹੋ ਗਿਆ। ਇੱਥੇ ਜੀ ਸਾਈਕਲਿਕ ਬਣ ਗਿਆ ਸੀ, ਇੱਥੇ ਨੋਨ ਸਾਈਕਲਿਕ ਬਣ ਗਿਆ ਸੀ, ਇਸੇ ਕਰਕੇ ਕੇਸ 2 ਸਟਾਰਟ ਹੋ ਗਿਆ ਇੱਥੇ। ਹੁਣ ਦੇਖਦੇ ਆ ਵੀ ਜੀ ਜਦੋਂ ਨੋਨ ਸਾਈਕਲਿਕ ਹੋ ਗਿਆ, ਜਦੋਂ ਸਾਈਕਲਿਕ ਸੀ ਤਾਂ ਇਹਦੇ ਵਰਗਾ ਸੀ, ਨੋਨ ਸਾਈਕਲਿਕ ਹੁੰਦਾ ਤਾਂ ਕਿਹਦੇ ਵਰਗਾ ਹੁੰਦਾ, ਇਹ ਆਪਾਂ ਦੇਖਦੇ ਹਾਂ। ਅੱਛਾ, ਹੁਣ ਲੈਟ ਏ ਇੱਕ ਨੋਨ ਆਇਡੈਂਟੀਟੀ ਐਲੀਮੈਂਟ ਹੈ ਜੀ 'ਚ, ਹੋਊਗਾ, ਜ਼ਰੂਰ ਹੋਊਗਾ, ਕਿਉਂਕਿ ਆਰਡਰ ਜੀ ਦਾ ਕਿੰਨਾ? 1 ਤੋਂ ਵੱਡਾ, 1 ਤੋਂ ਜ਼ਿਆਦਾ ਐਲੀਮੈਂਟ ਹੈ ਇਹਦੇ 'ਚ। ਸੋ ਆਇਡੈਂਟੀਟੀ ਤੋਂ ਬਿਨਾਂ ਕੁਛ ਨਾ ਕੁਛ ਹੋਊਗਾ ਇਹਦੇ 'ਚ। ਆਲਸੋ ਆਰਡਰ ਆਫ ਏ ਕੀ ਆ? ਆਰਡਰ ਆਫ ਜੀ ਦੇ ਨੂੰ ਡਿਵਾਈਡ ਕਰਦਾ ਹੁੰਦਾ ਹਮੇਸ਼ਾ। ਸੋ ਆਰਡਰ ਆਫ ਏ ਕੀ ਆ? ਆਰਡਰ ਆਫ ਜੀ ਨੂੰ ਡਿਵਾਈਡ ਕਰਨ ਵਾਲਾ 4। ਹੁਣ 4 ਨੂੰ ਕੌਣ ਡਿਵਾਈਡ ਕਰਦਾ ਹੁੰਦਾ? ਸੋਚੋ, 4 ਨੂੰ 1 ਡਿਵਾਈਡ ਕਰ ਸਕਦਾ, 2 ਡਿਵਾਈਡ ਕਰ ਸਕਦਾ ਤੇ 4 ਡਿਵਾਈਡ ਕਰ ਸਕਦਾ। ਇਸ ਤੋਂ ਬਿਨਾਂ ਕੋਈ ਹੋਰ ਡਿਵਾਈਡ ਕਰੂਗਾ? ਕਦੇ ਵੀ ਨਹੀਂ। ਕਿਵੇਂ ਦੇਖਿਆ ਇਹ ਚੀਜ਼? ਆਰਡਰ ਆਫ ਏ 4 ਨੂੰ ਡਿਵਾਈਡ ਕਰੂਗਾ, ਕਦੋਂ ਕਰੂਗਾ? ਜਦੋਂ 4 ਬਾਏ ਆਰਡਰ ਆਫ ਏ ਕੀ ਹੋਵੇ? ਇੰਟੀਜ਼ਰ। ਇਹੀ ਹੁੰਦਾ ਨਾ। ਹੁਣ ਦੇਖ ਲਓ ਕਦੋਂ ਇੰਟੀਜ਼ਰ ਰਹੂਗਾ? ਆਰਡਰ ਆਫ ਏ 1 ਹੋਊਗਾ ਉਦੋਂ ਰਹੂਗਾ, 2 ਹੋਊਗਾ ਤਾਂ 4/2 ਇੰਟੀਜ਼ਰ ਆ, 3 ਰੱਖੋਗੇ ਤਾਂ 4/3 ਇੰਟੀਜ਼ਰ ਨਹੀਂ ਰਹੂਗਾ, 4 ਰੱਖੋਗੇ ਤਾਂ 4/4 ਇੰਟੀਜ਼ਰ ਰਹੂਗਾ। ਸੋ ਆਰਡਰ ਆਫ ਏ ਕੋਲ ਇਹੀ ਆਪਸ਼ਨ ਹੈ। ਬਟ 4 ਆਰਡਰ ਦਾ ਤਾਂ ਕੋਈ ਐਲੀਮੈਂਟ ਹੀ ਨਹੀਂ ਹੈ। ਸੋ ਇਹ ਤੇ ਕਾਂਟਾ ਵੱਜ ਗਿਆ, ਕਿਉਂਕਿ ਇਹ ਨੋਨ ਆਇਡੈਂਟੀਟੀ ਐਲੀਮੈਂਟ ਆ। ਸੋ ਆਇਡੈਂਟੀਟੀ ਐਲੀਮੈਂਟ ਦਾ ਹੀ ਆਰਡਰ 1 ਹੁੰਦਾ। ਜੇ ਆਰਡਰ ਏ ਦਾ 1 ਆ ਤਾਂ ਆਇਡੈਂਟੀਟੀ ਹੁੰਦੀ ਹੈ, ਜੇ ਏ ਆਇਡੈਂਟੀਟੀ ਹੁੰਦੀ ਹੈ ਤਾਂ ਉਹਦਾ ਆਰਡਰ 1 ਹੁੰਦਾ। ਸੋ ਨੋਨ ਆਇਡੈਂਟੀਟੀ ਹੋਣ ਕਰਕੇ ਇਹਦਾ ਆਰਡਰ ਆ ਜਿਹੜਾ 1 ਵੀ ਨਹੀਂ ਹੋ ਸਕਦਾ। ਬਟ ਏ ਆ ਜਿਹੜਾ ਨੋਨ ਆਇਡੈਂਟੀਟੀ ਐਲੀਮੈਂਟ ਆ, ਇੱਥੇ ਲਿਖ ਦਿਓ, ਇਹਦਾ ਮਤਲਬ ਆਰਡਰ ਆਫ ਏ ਕੀ ਹੈ? ਨਾਟ ਇਕੁਅਲ ਟੂ 1 ਐਂਡ ਜੀ ਹੈਜ਼ ਨੋ ਐਲੀਮੈਂਟ ਆਫ ਆਰਡਰ 4। ਕੋਈ ਐਲੀਮੈਂਟ ਹੀ ਨਹੀਂ ਆਰਡਰ 4 ਦਾ। ਇਹਦਾ ਮਤਲਬ ਕੀ ਆ ਕਿ ਆਰਡਰ ਆਫ ਏ ਕੀ ਆ? ਉਹ 4 ਵੀ ਨਹੀਂ ਹੋ ਸਕਦਾ। ਫਿਰ ਬਚ ਕੀ ਗਿਆ? ਇਹਦਾ ਮਤਲਬ ਆਰਡਰ ਆਫ ਏ ਕੀ ਹੈ? 2। ਇੱਥੋਂ ਇੱਕ ਚੀਜ਼ ਪਤਾ ਲੱਗੀ, ਜੀ ਦੇ ਚੋਂ ਕੋਈ ਵੀ ਨੋਨ ਆਇਡੈਂਟੀਟੀ ਐਲੀਮੈਂਟ ਚੱਕੋਗੇ ਉਹਦਾ ਆਰਡਰ ਕਿੰਨਾ ਬਣ ਜਾਣਾ? 2। ਤੇ ਇੱਥੋਂ ਆਪਾਂ ਇੱਕ ਚੀਜ਼ ਤਾਂ ਕਹਿ ਸਕਦੇ ਹਾਂ, ਦੇਅਰਫੋਰ ਐਵਰੀ ਨੋਨ ਆਇਡੈਂਟੀਟੀ ਐਲੀਮੈਂਟ ਆਫ ਜੀ ਹੈਜ਼ ਆਰਡਰ 2। ਇੱਕ ਚੀਜ਼ ਪ੍ਰੂਵ ਹੋ ਗਈ, ਆਪਾਂ ਨਹੀਂ ਕਰਨਾ ਚਾਹੁੰਦੇ ਸੀ ਪਰ ਉਹੀ ਹੋ ਗਈ। ਹੁਣ ਐਂ ਕਰੋ, ਇਹ ਜਿਹੜਾ ਏ ਹੈ ਨਾ ਸਿਲੈਕਟ ਹੋਇਆ, ਲੈਟ ਐਚ ਏ ਤੋਂ ਜਨਰੇਟ ਕਰਵਾ ਦਿਓ। ਇਹ ਕੀ ਬਣ ਜਾਊਗਾ? ਸਬ ਗਰੁੱਪ ਆਫ ਜੀ ਬਣ ਹੀ ਜਾਣਾ ਇਹਨੇ, ਸਬ ਗਰੁੱਪ ਆਫ ਜੀ। ਹੁਣ ਇੱਕ ਚੀਜ਼ ਦੇਖੋ ਕਲੀਅਰਲੀ, ਐਚ 'ਚ ਆਰਡਰ ਐਲੀਮੈਂਟ ਕਿੰਨੇ ਹੋਣਗੇ? ਏ ਦੀ ਪਾਵਰ 2 ਤੇ ਏ ਦੀ ਪਾਵਰ 1। ਏ ਦੀ ਪਾਵਰ 2 ਨੇ ਕੀ ਬਣ ਜਾਣਾ ਵਾ? ਕਿਉਂਕਿ ਇਹਦਾ ਆਰਡਰ 2 ਹੈ, ਏ ਦੀ ਪਾਵਰ 2 ਆਇਡੈਂਟੀਟੀ ਬਣ ਜਾਊਗਾ ਤੇ ਏ ਦੀ ਪਾਵਰ 1 ਬਚਿਆ ਰਹਿ ਜਾਊਗਾ। ਠੀਕ ਹੈ। ਤੇ ਹੁਣ ਇਹਦਾ ਮਤਲਬ ਕੀ ਹੈ? ਕਿਉਂਕਿ ਐਜ਼ ਐਚ ਆ ਜਿਹੜਾ, ਉਹਦਾ ਆਰਡਰ ਜੀ ਤੋਂ ਸਟ੍ਰਿਕਟਲੀ ਲੈਸ ਆ, ਕਿਉਂਕਿ ਇਹਦਾ ਆਰਡਰ 2 ਹੈ, ਇਹਦਾ 4 ਆ। ਇੱਕ ਐਲੀਮੈਂਟ ਜੀ 'ਚ ਆਪਾਂ ਨੂੰ ਜ਼ਰੂਰ ਮਿਲੂਗਾ ਐਸਾ, ਸੱਚ ਦੈਟ ਉਹ ਐਚ 'ਚ ਨਹੀਂ ਹੈਗਾ। ਇਹੀ ਐਲੀਮੈਂਟ ਦੀ ਗੱਲ ਕਰੋ, ਮੈਂ ਐਚ ਬੀ ਕੈਲਕੂਲੇਟ ਕਰਨ ਲੱਗਾ ਇਸੇ ਐਲੀਮੈਂਟ ਨਾਲ। ਬੀ ਦਾ ਆਰਡਰ ਕਿੰਨਾ ਹੋ ਜਾਵੇ ਮੈਂ ਪੁੱਛਾਂ ਤੁਹਾਨੂੰ? ਐਵਰੀ ਨੋਨ ਆਇਡੈਂਟੀਟੀ ਐਲੀਮੈਂਟ ਹੈਜ਼ ਆਰਡਰ 2। ਸੋ ਇਹਦਾ ਆਰਡਰ ਵੀ 2 ਹੀ ਹੈ। ਐਚ ਬੀ ਕੈਲਕੂਲੇਟ ਕਰੋ, ਇਹਦੇ ਐਲੀਮੈਂਟਸ ਨੂੰ ਬੀ ਨਾਲ ਪ੍ਰੋਡਕਟ ਕੀਤਾ, ਈ ਨੂੰ ਬੀ ਨਾਲ ਪ੍ਰੋਡਕਟ ਕਰ ਦਿਓ, ਏ ਨੂੰ ਬੀ ਨਾਲ ਪ੍ਰੋਡਕਟ ਕਰ ਦਿਓ, ਕੀ ਬਣੂਗਾ? ਬੀ ਏ ਬੀ। ਠੀਕ ਹੈ ਜੀ। ਹੁਣ ਇੱਕ ਚੀਜ਼ ਹੋਰ ਦੇਖੋ, ਜੀ ਦੇ ਅੰਦਰ ਐਚ ਦੇ ਕੋਸੈਟ ਦੀ ਗਿਣਤੀ, ਆਰਡਰ ਆਫ ਐਚ ਆਰਡਰ ਆਫ ਜੀ ਨਾਲ ਡਿਵਾਈਡ ਕਰ ਦਾਂਗੇ। ਇਹੀ ਹੁੰਦਾ ਨਾ ਕੋਸੈਟ ਦੀ ਗਿਣਤੀ ਕੱਢਣੀ ਹੋਵੇ। ਆਰਡਰ ਆਫ ਜੀ ਕੀ ਹੈ? 4। ਆਰਡਰ ਆਫ ਐਚ ਕੀ ਹੈ? 2। ਜਾਣੀ ਕਿ ਕੋਸੈਟ ਦੀ ਗਿਣਤੀ ਕਿੰਨੀ ਆ ਗਈ? 2। ਜਾਣੀ ਕਿ 2 ਕੋਸੈਟ ਆਪਾਂ ਲੱਭਣੇ ਆ ਡਿਸਟਿੰਕਟ, ਪਰ ਉਹ ਤਾਂ ਲੱਭ ਗਏ। ਦੇਖੋ ਇੱਕ ਐਚ ਬੀ ਤੇ ਇੱਕ ਐਚ, ਐਚ ਦੇ ਕੋਸੈਟ ਤਾਂ ਲੱਭ ਗਏ। ਦੇਖੋ ਐਚ ਤੇ ਐਚ ਬੀ 'ਚ ਕੁਛ ਕਾਮਨ ਆ ਰਿਹਾ? ਨਹੀਂ ਆ ਰਿਹਾ, ਇਹਦਾ ਮਤਲਬ ਡਿਸਟਿੰਕਟ ਆ। ਦੇਅਰਫੋਰ ਐਚ ਐਂਡ ਐਚ ਬੀ ਆਰ ਡਿਸਟਿੰਕਟ ਕੋਸੈਟ ਆਫ ਐਚ ਇਨ ਜੀ। ਤੇ ਕੋਸੈਟ ਕੀ ਕਰਦੇ ਹੁੰਦੇ ਆ? ਜਦੋਂ ਉਹਨਾਂ ਦੀ ਯੂਨੀਅਨ ਕਰ ਦਈਏ ਆਪਾਂ ਪੂਰਾ ਗਰੁੱਪ ਬਣਾ ਦਿੰਦੇ ਹੁੰਦੇ ਆ। ਸੋ ਇਹਨਾਂ ਦੀ ਯੂਨੀਅਨ ਕੀਤੀ, ਪੂਰਾ ਗਰੁੱਪ ਬਣ ਗਿਆ। ਹੁਣ ਇਹਦੇ 'ਚ ਐਲੀਮੈਂਟ ਦੇਖ ਲਓ ਗਰੁੱਪ 'ਚ ਕਿਹੜੇ ਆਉਂਦੇ ਆ? ਐਚ ਦੇ ਐਲੀਮੈਂਟ ਆਉਣਗੇ ਇੱਕ ਤਾਂ, ਉਹ ਕਿਹੜੇ ਆ? ਈ ਤੇ ਏ।
ਤੇ ਐਚ ਬੀ ਦੇ ਐਲੀਮੈਂਟ ਆਉਣਗੇ ਕੀ ਆ ਉਹ ਬੀ ਤੇ ਏ ਬੀ। ਹੁਣ ਇੱਕ ਚੀਜ਼ ਦੱਸੋ, ਜੀ ਦੇ ਹਰੇਕ ਐਲੀਮੈਂਟ ਦਾ ਆਰਡਰ ਕਿੰਨਾ? ਆਪਾਂ ਲਿਖਿਆ ਹੋਇਆ ਐਵਰੀ ਨੋਨ ਆਈਡੈਂਟੀ ਐਲੀਮੈਂਟ ਹੈਜ਼ ਆਰਡਰ 2। ਤੇ ਇਹ ਜਿਹਾ ਗਰੁੱਪ ਤਾਂ ਮੈਂ ਸ਼ੁਰੂ 'ਚ ਹੀ ਦਿਖਾਇਆ ਸੀ ਅੱਜ ਤੁਹਾਨੂੰ, ਜਿਹਦੇ 'ਚ ਆਈਡੈਂਟਿਟੀ ਦਾ ਆਰਡਰ ਤਾਂ 1 ਹੀ ਰਹਿਣਾ ਹੁੰਦਾ, ਜਿਹਦੇ 'ਚ ਹਰੇਕ ਐਲੀਮੈਂਟ ਦਾ ਆਰਡਰ 2 ਹੁੰਦਾ। ਕਿਹੜਾ ਸੀ ਉਹ? ਕਲੇਨ 4 ਗਰੁੱਪ, ਵਿਚ ਇਜ਼ ਕਲਾਈਨਸ 4 ਗਰੁੱਪ। ਸਮਝ ਲੱਗੀ? ਸੋ ਇਹਦਾ ਮਤਲਬ ਜੀ ਕੀ ਹੋ ਗਿਆ? ਕਲੇਨ 4 ਗਰੁੱਪ ਵੀ ਬਣ ਗਿਆ। ਠੀਕ ਹੈ, ਸੋ ਇਹਦਾ ਮਤਲਬ ਜਾਂ ਤਾਂ ਜੀ ਕੀ ਹੋਊਗਾ? ਕਲੇਨ 4 ਗਰੁੱਪ, ਦੇਅਰਫੋਰ ਜੀ ਇਜ਼ ਕਲੇਨ 4 ਗਰੁੱਪ, ਜਾਂ ਕਲੇਨ 4 ਗਰੁੱਪ ਹੋਊਗਾ। ਪਹਿਲੇ ਕੇਸ 'ਚ ਕੀ ਬਣਿਆ ਸੀ? ਜੀ Z4। ਤੁਸੀਂ ਕਹੋਗੇ ਨਹੀਂ ਸਰ ਇੱਥੇ ਤਾਂ ਇਕੁਅਲ ਆਇਆ, ਉੱਥੇ ਆਈਸੋਮੋਰਫਿਕ ਆਇਆ। ਇੱਕੋ ਹੀ ਗੱਲ ਆ, ਕੋਈ ਫਰਕ ਨਹੀਂ। ਇਕੁਅਲ ਹੋਣ ਤੇ ਸਿੰਬਲ ਆ ਜਿਹੜੇ ਉਹ ਵੀ ਐਕਚੁਅਲੀ ਇਕੁਅਲ ਹੋਣਾ ਤੇ ਆਈਸੋਮੋਰਫਿਕ ਹੋਣਾ ਇੱਕੋ ਹੀ ਗੱਲ ਆ। ਪਹਿਲੇ ਕੇਸ 'ਚ ਇਹ ਹੁਣ ਕੀ ਬਣ ਗਿਆ? ਕਲੇਨ 4 ਗਰੁੱਪ, ਉਹਦੇ 'ਚ Z4। ਤੇ ਇੱਕ ਚੀਜ਼ ਦੇਖੋ ਆਪਣੇ ਕੋਲੇ ਜੀ, ਫਿਰ ਇਹਦਾ ਮਤਲਬ ਆਪਾਂ ਕਹਿ ਸਕਦੇ ਹਾਂ ਇਹਨਾਂ ਨੂੰ ਦੇਖ ਕੇ ਕਿ ਦੇਰ ਐਗਜ਼ਿਸਟ ਓਨਲੀ 2 ਗਰੁੱਪ, ਕਿਉਂਕਿ ਇਸ ਤੋਂ ਬਿਨਾਂ ਤਾਂ ਕੋਈ ਕੇਸ ਹੀ ਨਹੀਂ ਹੈ। ਜੀ ਕੋਲੇ ਜਾਂ ਤਾਂ 4 ਐਲੀਮੈਂਟ ਆਰਡਰ ਦਾ ਐਲੀਮੈਂਟ ਹੋਊਗਾ ਜਾਂ ਨਹੀਂ ਹੋਊਗਾ, ਹੋਰ ਤਾਂ ਐਲੀਮੈਂਟ ਹੀ ਨਹੀਂ ਹੈ। ਇਹ ਤਾਂ ਹੈ ਨਹੀਂ ਵੀ ਪਹਿਲਾਂ 4 ਆਰਡਰ ਦਾ ਐਲੀਮੈਂਟ ਸੀ, ਬਾਅਦ 'ਚੋਂ ਰੁੱਸ ਕੇ ਚਲਿਆ ਗਿਆ। ਇੱਦਾਂ ਤਾਂ ਨਹੀਂ ਹੁੰਦਾ ਨਾ, ਜਾਂ ਹੋਊਗਾ ਜਾਂ ਨਹੀਂ ਹੋਊਗਾ। ਜਦੋਂ ਹੁੰਦਾ ਉਦੋਂ ਜੀ ਇਹਦੇ ਬਰਾਬਰ ਆ ਜਾਂਦਾ, ਜਦੋਂ ਨਹੀਂ ਹੁੰਦਾ ਤਾਂ ਉਦੋਂ ਕਲੇਨ 4 ਗਰੁੱਪ ਦੇ ਬਰਾਬਰ ਆ ਜਾਂਦਾ। ਹੁਣ ਇੱਕ ਚੀਜ਼ ਦੇਖੋ, Z4 ਤੇ ਕਲੇਨ 4 ਗਰੁੱਪ ਇੱਕ ਦੂਜੇ ਦੇ ਆਈਸੋਮੋਰਫਿਕ ਨਹੀਂ ਹੁੰਦੇ। ਕਿਉਂ? ਕਿਉਂਕਿ ਇਹ ਨੋਨ ਸਾਈਕਲਿਕ ਹੈ, ਇਹ ਸਾਈਕਲਿਕ ਆ। ਇਸ ਕਰਕੇ ਉਹਨੇ ਕਿਹਾ ਕਿ 2 ਡਿਸਟਿੰਕਟ ਐਲੀਮੈਂਟ ਹੋਣਗੇ। ਠੀਕ ਹੈ, ਇੱਕ ਚੀਜ਼ ਆ ਰਾਜੇ, ਇੱਕ ਜੀ ਹੈ ਸੈੱਟ, ਮੰਨ ਲਓ ਇਹਦੇ 'ਚ ਏ ਆ, ਇੱਕ ਮੈਟ੍ਰਿਕਸ ਏ ਆ, ਇੱਕ ਬੀ ਆ, ਇਹ 2 ਮੈਟ੍ਰਿਕਸਿਸ ਆ। ਠੀਕ ਆ, ਏ ਨੂੰ 2 ਵਾਰੀ ਪ੍ਰੋਡਕਟ ਕਰਨ ਤੇ ਆਈਡੈਂਟਿਟੀ ਬਣਦੀ ਹੈ, ਤੇ ਏ ਦਾ ਆਰਡਰ ਆ ਜਿਹੜਾ ਉਹ ਕੀ ਹੈ? ਫਿਰ 2 ਹੋ ਗਿਆ। ਸਿਮਿਲਰਲੀ ਬੀ ਦਾ ਆਰਡਰ ਵੀ 2 ਆ ਤੇ ਏ ਬੀ ਦਾ ਆਰਡਰ ਵੀ 2 ਆ। ਇਹਦੇ 'ਚ ਮੈਟ੍ਰਿਸਿਸ ਪਈਆਂ ਸਾਰੀਆਂ। ਆਈਡੈਂਟਿਟੀ ਦਾ ਐਲੀਮੈਂਟ ਆ ਜਿਹੜਾ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ। ਇਹ ਕਿਹੜਾ ਗਰੁੱਪ ਬਣ ਗਿਆ? ਹੁਣ ਤੁਸੀਂ ਕਹੋਗੇ ਸਾਰੇ ਇਹਦੇ 'ਚ ਤਾਂ ਮੈਟ੍ਰਿਸਿਸ ਪਈਆਂ, ਕੋਈ ਬੋਦਰ ਨਹੀਂ ਕਰਨੀ ਆਪਾਂ ਇਸ ਚੀਜ਼ ਦੀ। ਇਹਦਾ ਨਾਮ ਕੀ ਹੋਊਗਾ ਫਿਰ? ਕਲੇਨਸ 4 ਗਰੁੱਪ। ਤਾਂ ਹੀ ਤਾਂ ਮੈਂ ਕਹੀ ਜਾਂਦਾ। ਹੁਣ ਤੁਸੀਂ ਕਹੋਗੇ ਸਰ ਇਹ ਜਿਹੜਾ ਹੈਗਾ ਇਹ ਉਹੀ ਕਲੇਨ 4 ਗਰੁੱਪ ਆ। ਹਾਂ ਉਹੀ ਹੈ। ਤੁਹਾਨੂੰ ਥੋੜ੍ਹੀ ਦੱਸਿਆ ਇਹਨਾਂ ਨੇ ਵੀ ਇਹ ਜਿਹੜਾ ਸਮੋਲ ਏ ਪਿਆ ਇੱਕ ਮੈਟ੍ਰਿਕਸ ਆ ਕਿ ਕੀ ਹੈ? ਇਹ ਬੀ ਹੈ ਜਿਹੜਾ, ਇਹ ਨੈਚੁਰਲ ਨੰਬਰ ਵੀ ਹੋ ਸਕਦਾ। ਏ ਬੀ ਹੈ ਜਿਹੜਾ, ਏ ਜੇ ਹੋ ਸਕਦਾ ਬੀ ਵੀ ਇੱਕ ਮੈਟ੍ਰਿਕਸ ਹੋਵੇ, ਏ ਬੀ ਨੂੰ ਪ੍ਰੋਡਕਟ ਕੀਤਾ ਉਹ ਵੀ ਇੱਕ ਮੈਟ੍ਰਿਕਸ ਹੋਵੇ। ਜਾਂ ਇਨ ਡਿਫਰੈਂਟ ਕੇਸ ਏ ਇੱਕ ਇੰਟੀਜ਼ਰ ਹੋਵੇ, ਬੀ ਵੀ ਇੱਕ ਇੰਟੀਜ਼ਰ ਹੋਵੇ, ਤੇ ਏ ਬੀ ਨਾਲ ਪ੍ਰੋਡਕਟ ਕਰਕੇ ਉਹ ਵੀ ਇੱਕ ਇੰਟੀਜ਼ਰ ਆਉਂਦਾ ਵਾ। ਤੁਹਾਨੂੰ ਥੋੜ੍ਹੀ ਦੱਸਣਾ ਉਹਨੇ। ਇਹ ਗਰੁੱਪ ਮੰਨ ਲਓ ਇੱਕ ਆਹ ਗਰੁੱਪ ਆ G1 ਤੇ G2, ਇੱਕ ਆਹ ਗਰੁੱਪ ਆ। ਹੁਣ ਆਪਣਾ ਲੈਕਚਰ ਅੱਜ ਦੀ ਥਿਓਰਮ ਇੰਨੀ ਕੀ ਬਹੁਤ ਆ, ਕੱਲ੍ਹ ਨੂੰ ਇੱਕ ਰਹਿ ਗਈ ਆਈਸੋਮੋਰਫਿਜ਼ਮ ਦੀ, ਉਹ ਵੀ ਕਰਵਾ ਦੇਣੀ ਆ ਮੈਂ। ਇਹ ਬੇਸ ਬਣਾਉਣਾ ਜ਼ਰੂਰੀ ਸੀ। E1 2 3 ਮੰਨ ਲਓ ਇਹਦੇ 'ਚ ਵੀ ਹਰੇਕ ਦਾ ਐਲੀਮੈਂਟ ਦਾ ਆਰਡਰ 1 ਹੈ, 2 ਹੈ, 2 ਦਾ ਆਰਡਰ 2 ਆ, 3 ਦਾ ਆਰਡਰ ਹੈ ਜਿਹੜਾ 2 ਆ, ਜੋ ਵੀ ਹੈ ਐਵੇਂ ਚੱਕ ਲਿਆ ਮੈਂ। ਮਤਲਬ ਇਹ ਪ੍ਰੋਪਰਟੀਆਂ ਹਰੇਕ ਐਲੀਮੈਂਟ ਨੋਨ ਆਈਡੈਂਟਿਟੀ ਐਲੀਮੈਂਟ ਦਾ ਆਰਡਰ 2 ਆ। ਤੁਸੀਂ ਕਹੋਗੇ ਸਰ ਫਿਰ ਇਹ ਵੀ ਕਲੇਨ 4 ਗਰੁੱਪ ਹੋ ਗਿਆ। ਹਾਂ ਹੋ ਗਿਆ, ਕਿਉਂ ਨਹੀਂ ਹੋਇਆ? ਫਿਰ ਇਹ ਵੀ ਹੋ ਗਿਆ। ਪਰ ਕੁਛ ਸਿਆਣੇ ਜਿਹੇ ਸਟੂਡੈਂਟ ਆ ਉਹ ਪੁੱਛਣਗੇ ਵੀ ਸਰ ਕੀ ਇਹ ਦੋਵੇਂ ਆਈਸੋਮੋਰਫਿਕ ਆ? ਇਹ ਗੱਲ ਬਣਦੀ ਆ। ਇਹਦੇ 'ਚ ਐਲੀਮੈਂਟ ਹੋਰ ਤਰ੍ਹਾਂ ਦੇ ਆ, ਇਹਦੇ 'ਚ ਹੋਰ ਤਰ੍ਹਾਂ ਦੇ ਆ। ਹਾਂ ਆਈਸੋਮੋਰਫਿਕ ਹੈਗੇ ਆ ਇਹ, ਕਿਉਂਕਿ ਐਲੀਮੈਂਟ ਵਿੱਚ ਕਿਹੜੇ ਆ ਉਹ ਮਾਇਨੇ ਨਹੀਂ ਰੱਖਦੇ, ਹੋ ਕੀ ਰਿਹਾ ਇਹ ਮਾਇਨੇ ਰੱਖਦਾ। ਪ੍ਰੋਡਕਟ ਕਰਨ 'ਤੇ ਕੀ ਹੁੰਦਾ, ਸਟਰਕਚਰ ਕਿਹੋ ਜਿਹਾ, ਕੰਪੋਜੀਸ਼ਨ ਲੱਗਣ ਦੇ ਬਾਅਦ ਸਟਰਕਚਰ ਕਿਹੋ ਜਿਹਾ ਬਣਦਾ, ਇਹ ਮਾਇਨੇ ਰੱਖਦਾ। ਸੋ ਇਹ ਦੋਵੇਂ ਆਈਸੋਮੋਰਫਿਕ ਹੋਣਗੇ। ਸਮਝ ਲੱਗੀ? ਚਲੋ 25 ਮਿੰਟ ਦਾ ਲੈਕਚਰ ਹੋ ਗਿਆ। ਥਿਓਰਮ ਇੱਕ ਪਈ ਆ। ਹਾਂ ਪਰਮੂਟੇਸ਼ਨ ਦਾ ਥੋੜ੍ਹਾ ਜਿਹਾ ਦੱਸ ਦਿੰਦਾ ਅੱਜ, ਆਪਣੇ ਅੱਧੇ ਘੰਟੇ ਦਾ ਲੈਕਚਰ ਹੋ ਜਾਊਗਾ। ਫਿਰ ਜਿਵੇਂ ਸਿਮੈਟਰਿਕ ਗਰੁੱਪ ਆ ਰਾਜੇ, ਪਰਮੂਟੇਸ਼ਨਸ ਕਿਹੋ ਜਿਹੀਆਂ ਹੁੰਦੀਆਂ, ਜਿਵੇਂ ਕਿਉਂਕਿ ਕੱਲ੍ਹ ਵਾਲੀ ਥਿਓਰਮ 'ਚ ਪਰਮੂਟੇਸ਼ਨ ਆਪਾਂ ਵਰਤਣੀਆਂ, ਸੋ ਉਹਦੇ ਵਾਸਤੇ ਮੈਨੂੰ ਸਮਝਾਉਣਾ ਪੈਣਾ। ਰਾਜੇ ਪਰਮੂਟੇਸ਼ਨ ਆ ਨਾ ਜਿਹੜੀ, ਪਰਮੂਟੇਸ਼ਨ ਭਾਵੇਂ ਜਹਾਜ਼ਾਂ ਦੀ ਹੋਵੇ ਚਾਹੇ ਟੌਫੀਆਂ ਦੀ ਹੋਵੇ, ਕੋਈ ਫਰਕ ਨਹੀਂ ਹੈ। ਸਭ ਤੋਂ ਪਹਿਲਾਂ ਐਸ ਆ ਜਿਹੜਾ, ਜਦੋਂ ਉਹ ਇਨਫਾਈਨਾਈਟ ਹੁੰਦਾ
ਤਾਂ AS ਆ ਜਿਹੜਾ ਇੱਕ ਗਰੁੱਪ ਬਣ ਜਾਂਦਾ। ਉਹ ਤੁਹਾਨੂੰ ਮੈਂ ਸਮਝਾ ਚੁੱਕਿਆ ਕੱਲ੍ਹ ਹੀ, ਪਰਮੋਟੇਸ਼ਨ ਗਰੁੱਪ। ਜਦੋਂ S ਫਾਈਨਾਈਟ ਹੁੰਦਾ ਤਾਂ ਇਸੇ AS ਨੂੰ ਆਪਾਂ ਇਹਦੇ 'ਚ ਮੰਨ ਲਓ ਆਰਡਰ ਆਫ S ਕਿੰਨਾ N। ਇੱਥੇ ਆਰਡਰ ਨਹੀਂ ਪਾਉਂਦੇ ਹੁੰਦੇ ਆਪਾਂ ਦੋ ਡੰਡੇ ਜੇ ਮਾਰ ਕੇ ਕਾਰਡਨਲਟੀ ਲਿਖਦੇ ਹੁੰਦੇ ਆ। ਕਾਰਡਨਲਟੀ N ਆ ਤਾਂ ਆਰਡਰ AS ਨੂੰ ਕੀ ਲਿਖਦੇ ਆ SN। ਹੁਣ ਇਹ ਗਰੁੱਪ ਵੀ ਹੈ ਕਿਉਂਕਿ ਪਰਮੋਟੇਸ਼ਨ ਗਰੁੱਪ ਆ, ਪਰ ਇਹਦਾ ਨਵਾਂ ਨਾਮ ਰੱਖਤਾ ਆਪਾਂ SN। SN 'ਚ ਐਲੀਮੈਂਟਸ ਆ ਜਿਹੜੇ ਗਰੁੱਪ 'ਚ ਉਹ ਕਿੰਨੇ ਹੋਣਗੇ N ਫੈਕਟੋਰੀਅਲ। ਜਾਂ ਇਹਨੂੰ ਐਂ ਵੀ ਲਿਖ ਸਕਦੇ ਆ, ਆਰਡਰ ਨੂੰ ਐਂ ਵੀ ਲਿਖ ਸਕਦੇ ਆ, ਆਰਡਰ ਆਫ G ਆ ਜਿਹੜਾ ਉਹਨੂੰ ਐਂ ਵੀ ਲਿਖ ਦਿੱਤਾ, ਕੋਈ ਪ੍ਰੋਬਲਮ ਨਹੀਂ ਹੈ। ਆਪਣੀਆਂ ਕਿਤਾਬਾਂ ਜ਼ਿਆਦਾ ਆਹੀ ਚੱਲਦਾ, ਜਿਹੜਾ ਮਰਜ਼ੀ ਲਿਖ ਸਕਦੇ ਹੋ। ਅੱਛਾ, ਇਹਦੇ 'ਚ N ਫੈਕਟੋਰੀਅਲ ਐਲੀਮੈਂਟ ਹੁੰਦੇ ਆ। ਇੱਕ ਚੀਜ਼ ਆਪਾਂ ਦੇਖੀਏ ਵੀ ਕਿਵੇਂ ਹੁੰਦੇ ਆ, ਇਹ ਬਣਦੇ ਕਿਵੇਂ ਆ, ਕਿਉਂਕਿ ਕੱਲ੍ਹ ਨੂੰ ਮੈਨੂੰ ਸਿਰ ਖਪਾਈ ਕਰਨੀ ਪਊਗੀ ਨਹੀਂ। S ਮੰਨ ਲਓ ਚੱਕ ਲਿਆ, ਇਹਦੇ 'ਚ 3 ਐਲੀਮੈਂਟ ਆ। ਹੁਣ ਇਹ ਲੈਵਲ ਲੱਗੇ ਹੋਏ ਆ, ਪਹਿਲਾ, ਦੂਜਾ, ਤੀਜਾ। ਕੋਈ ਮੈਟਰ ਨਹੀਂ ਕਰਦਾ ਵੀ ਇਹ ਜਹਾਜ਼ ਆ, ਕੋਈ ਮੈਟਰ ਨਹੀਂ ਕਰਦਾ ਇਹ ਲੈਵਲ 3 ਟੌਫੀਆਂ 'ਤੇ ਲੱਗੇ ਹੋਏ ਆ, ਕੋਈ ਮੈਟਰ ਨਹੀਂ ਕਰਦਾ ਇਹ 3 ਲੈਵਲ ਕਿਹਦੇ 'ਤੇ ਲੱਗੇ ਹੋਏ ਆ, ਸਟੂਡੈਂਟਸ ਦੇ ਰੋਲ ਨੰਬਰ ਆ। ਮੰਨ ਲਓ ਇੱਕ ਖੜਾ ਇੱਥੇ ਰਾਹੁਲ, ਇੱਕ ਖੜਾ ਇੱਥੇ ਵਿਜੇ ਦਾ ਰੋਲ ਨੰਬਰ ਹੈਗਾ ਮੰਨ ਲਓ 5, ਇਹਦਾ ਰੋਲ ਨੰਬਰ 6। ਕੀ ਤੁਸੀਂ ਰਾਹੁਲ ਅਤੇ ਵਿਜੇ ਨੂੰ ਇੱਕ ਦੂਜੇ ਨੂੰ ਪ੍ਰੋਡਕਟ ਕਰਕੇ ਲਿਖ ਸਕਦੇ ਆ? ਮੰਨ ਲਓ ਇੱਕ ਰੋਲ ਨੰਬਰ ਆ ਆਪਣਾ ਆ ਗਿਆ ਕੋਈ ਸੁਰਜੀਤ, ਇਹਦਾ ਰੋਲ ਨੰਬਰ ਆ 30। ਕੀ ਤੁਸੀਂ ਐਂ ਲਿਖ ਸਕਦੇ ਆ ਰਾਹੁਲ ਕ੍ਰੋਸ ਵਿਜੇ ਇਜ਼ ਇਕੁਅਲ ਟੂ ਸੁਰਜੀਤ? ਫਿਜ਼ੀਕਲੀ ਇਹ ਚੀਜ਼ ਟਰੂ ਆ। ਸੋ ਕਦੇ ਵੀ ਇੱਕ ਚੀਜ਼ ਯਾਦ ਰੱਖਿਓ, ਪਰਮੂਟੇਸ਼ਨ 'ਚ ਇਹਨਾਂ ਸਿੰਬਲਸ ਨੂੰ ਇੱਕ ਦੂਜੇ ਨਾਲ ਨਾ ਜੋੜਨਾ, ਨਾ ਪ੍ਰੋਡਕਟ ਕਰਨੀ ਆ। ਕਿਉਂਕਿ ਇਹ ਜੇ ਮੰਨ ਲਓ ਇੱਕ ਮੁੰਡਾ, ਇਹ ਮੁੰਡਾ, ਇਹਨਾਂ ਦੋਹਾਂ ਨੂੰ ਜੋੜਿਆ ਨਹੀਂ ਜਾ ਸਕਦਾ। ਇੱਕ 2 ਨੰਬਰ 'ਤੇ ਜਹਾਜ਼ ਖੜਾ, ਇੱਕ 3 ਨੰਬਰ 'ਤੇ ਜਹਾਜ਼ ਖੜਾ, ਇਹਨਾਂ ਨੂੰ ਜੋੜਿਆ ਨਹੀਂ ਜਾ ਸਕਦਾ। ਇੱਕ ਚੀਜ਼ ਯਾਦ ਰੱਖਿਓ। ਸੋ ਇਹਨਾਂ ਸਿੰਬਲਸ ਨੂੰ ਕਦੇ ਨਹੀਂ ਜੋੜਨਾ। ਅੱਛਾ, ਹੁਣ ਪਰਮੂਟੇਸ਼ਨ ਕਿੰਨੀਆਂ ਬਣ ਸਕਦੀਆਂ? ਪਰਮੂਟੇਸ਼ਨ ਕੀ ਹੁੰਦੀ ਹੈ? 1 on 2 ਮੈਪਿੰਗਸ ਕਿੰਨੀਆਂ ਬਣ ਸਕਦੀਆਂ? ਇਹ ਇੱਥੇ ਇੱਕ ਚੱਕਰ ਮਾਰ ਲਿਆ, ਇੱਥੇ ਇੱਕ ਚੱਕਰ ਮਾਰ ਲਿਆ, 1 2 3 1 2 3। ਮੰਨ ਲਓ ਇਹ ਖਾਨੇ ਆ, ਇਹ ਵੀ ਸੈੱਟ ਐਸ ਆ, ਇਹ ਵੀ ਸੈੱਟ ਐਸ ਆ। 1 ਨੂੰ ਮੈਪ, ਇਹ ਜਹਾਜ਼ ਉੱਡਿਆ, ਜਹਾਜ਼ ਉੱਡ ਕੇ 3 'ਤੇ ਚਲਾ ਗਿਆ, 3 ਪਲੇਟਫਾਰਮ 'ਤੇ ਚਲਾ ਗਿਆ। ਜਾਂ ਇੱਕ ਟੌਫੀ ਸੀ, 1 ਨੰਬਰ ਟੌਫੀ 3 ਨੰਬਰ ਰੋਲ ਨੰਬਰ ਨੂੰ ਦੇਤੀ, 2 ਵਾਲੀ ਟੌਫੀ 2 ਨੂੰ ਦੇਤੀ। ਜਾਂ ਜਹਾਜ਼ਾਂ 'ਤੇ ਹੀ ਆ ਜਾਓ, 3 ਨੰਬਰ ਜਹਾਜ਼ ਪਹਿਲੇ ਪਲੇਟਫਾਰਮ 'ਤੇ ਚਲਾ ਗਿਆ। ਜੇ ਇਹ ਜਹਾਜ਼ ਹੋਣ ਅਤੇ ਇਹ ਪਲੇਟਫਾਰਮ ਹੋਣ ਤਾਂ ਕੋਈ ਫਰਕ ਨਹੀਂ ਪੈਣਾ। ਜੇ ਟੌਫੀਆਂ 'ਤੇ ਸਟੂਡੈਂਟ ਹੋਣ ਕੋਈ ਫਰਕ ਨਹੀਂ ਪੈਣਾ। ਅੱਛਾ, ਅੱਗੇ ਆ ਜਾਓ। ਇਹ ਤਾਂ ਇੱਕ ਪਰਮੂਟੇਸ਼ਨ ਹੋ ਗਈ, ਪਰ ਇਹਨੂੰ ਆਪਾਂ ਐਂ ਨਹੀਂ ਲਿਖਣਾ। ਆਪਾਂ ਇਹਨੂੰ ਐਂ ਲਿਖਣਾ, ਇੱਥੇ ਇੱਕ ਬਾਕਸ ਬਣਾ ਲੈਣਾ, ਇੱਥੇ 1 2 3 ਇੱਕ ਸੀਰੀਅਲ 'ਚ ਲਿਖਣੇ ਆ ਹਮੇਸ਼ਾ 1 2 3। 1 ਕਿਹਦੇ 'ਤੇ ਗਿਆ? 3 'ਤੇ। 2 ਕਿਹਦੇ 'ਤੇ ਗਿਆ? 2 'ਤੇ। 3 ਕਿਹਦੇ 'ਤੇ ਗਿਆ? 1 'ਤੇ। ਇਹ ਆ ਗਈ ਪਹਿਲੀ ਪਰਮੂਟੇਸ਼ਨ। ਇਹਨੂੰ ਲਿਖ ਲਓ ਸਿਗਮਾ 1। ਹੁਣ ਹੋਰ ਸੋਚੋ, ਹੋਰ ਕੀ ਹੋ ਸਕਦਾ? ਕੀ ਆ ਸਕਦਾ? ਫਿਰ 1 2 3 ਲਿਖ ਲਏ, ਇੱਥੇ ਵੀ 1 2 3 ਲਿਖ ਦੇ। 1 ਗਿਆ 1 'ਤੇ, 2 ਗਿਆ 2 'ਤੇ, 3 ਗਿਆ 3 'ਤੇ। ਕੀ ਫਰਕ ਪੈਂਦਾ? ਹੁਣ ਜੇ ਤੁਸੀਂ ਕਹੋਗੇ ਨਹੀਂ ਸਰ ਸਾਨੂੰ ਤਾਂ ਐਂ ਵਧੀਆ ਲੱਗਦਾ F1 ਇਜ਼ ਇਕੁਅਲ ਟੂ 3, ਹਾਂ ਉਹ ਵੀ ਠੀਕ ਆ, ਕੋਈ ਪ੍ਰੋਬਲਮ ਨਹੀਂ। F2 ਇਜ਼ ਇਕੁਅਲ ਟੂ 2, F3 ਇਜ਼ ਇਕੁਅਲ ਟੂ 1, ਇਹ ਵੀ ਠੀਕ ਆ, ਕੋਈ ਪ੍ਰੋਬਲਮ ਨਹੀਂ ਹੈ। ਪਰ ਆਪਾਂ ਐਂ ਲਿਖਿਆ ਕਰਨਾ ਜ਼ਿਆਦਾ। ਮੀਨਿੰਗ ਇਹਦਾ ਇਹੀ ਆ, ਇਹਦਾ ਮੀਨਿੰਗ ਇਹੀ ਆ, ਇਹ ਤਿੰਨੇ ਇੱਕੋ ਹੀ ਚੀਜ਼ ਨੂੰ ਰਿਪਰਜੈਂਟ ਕਰ ਰਹੇ ਆ। ਸਿਗਮਾ 2 'ਤੇ ਆ ਜਾਓ, F1 ਇਜ਼ ਇਕੁਅਲ ਟੂ 1, ਮਤਲਬ ਪਹਿਲਾਂ ਤਾਂ 1 2 3 ਲਿਖ ਲਈ ਤੇ ਫਿਰ 1 1 'ਤੇ ਗਿਆ, 2 2 'ਤੇ ਗਿਆ, 3 3 'ਤੇ ਗਿਆ। ਇਹਦਾ ਮਤਲਬ ਵੀ ਇਹੀ ਆ, 1 1 'ਤੇ ਗਿਆ, 2 2 'ਤੇ ਗਿਆ, 3। ਅੱਛਾ, ਇੱਥੇ ਇੱਕ ਚੀਜ਼ ਹੈ, ਇਹਨੂੰ F ਲਿਖੋ, ਸੌਰੀ ਇੱਥੇ ਸਿਗਮਾ 1 ਕਿਉਂ ਲਿਖਣਾ? ਕਿਉਂਕਿ ਮੈਪਿੰਗ ਜੋ F ਲਾ ਲਈ ਇੱਥੇ ਆਪਾਂ, ਹੈ ਨਾ। ਅਤੇ ਇੱਥੇ F ਦੀ ਜਗ੍ਹਾ 'ਤੇ ਹੁਣ G ਲਾ ਲਓ। ਸਿਗਮਾ 2 ਕਿਉਂ ਲਾਉਣਾ? G ਲਾ ਲਓ। G1 ਕੀ ਆਊਗਾ? 1, G2 ਕੀ ਆਊਗਾ? 2, G3 ਕੀ ਆਊਗਾ? 3। ਮੈਪਿੰਗਸ ਹੀ ਆ ਨਾ ਇਹ। ਅੱਛਾ, ਇਹੋ ਜਿਹੀਆਂ ਮੈਪਿੰਗਸ ਹੁਣ ਡਾਇਰੈਕਟ ਲੱਭਣ ਦੀ ਕੋਸ਼ਿਸ਼ ਕਰੋ ਵੀ ਕਿੰਨੀਆਂ ਕੁ ਲੱਭ ਸਕਦੇ ਆ। ਸੋਚੋ ਬਿਨਾਂ ਚੱਕਰ ਬਣਾਏ। ਦੇਖੋ 1 2 3 1 2 3 1 2 3 1 2 3 1 2 3 1 2 3
1 ਕਿਹਦੇ ਤੇ ਗਿਆ, ਪਹਿਲਾਂ ਤਾਂ ਇਹੀ ਰੱਖ ਲਓ 1 2 3 ਸੇਮ ਸੇਮ ਤੇ ਗਿਆ, 1 1 ਤੇ 2 2 ਤੇ 3 3 ਤੇ। ਫਿਰ ਅਗਲੇ 'ਚ 1 2 ਤੇ 2 1 ਤੇ 3 3 ਤੇ ਕਰ ਸਕਦਾ ਨਾ। ਫਿਰ ਇਹਦੇ 'ਚ 1 1 ਤੇ ਫਿਕਸ ਕਰ ਦਿੰਦੇ ਆ ਤੇ 2 3 ਤੇ 3 2 ਤੇ ਕਰ ਸਕਦੇ ਨਾ ਇੱਦਾਂ। ਸੋ ਅਗਲੇ ਸਟੈਪ 'ਚ ਇੱਥੇ 1 3 ਤੇ ਕਰ ਦਿਓ, 3 1 ਤੇ ਕਰ ਦਿਓ, 2 ਨੂੰ ਫਿਕਸ ਕਰ ਦਿਓ। ਫਿਰ ਇੱਥੇ 3 ਨੂੰ ਫਿਕਸ ਕੀਤਾ, ਹਜੇ ਤੱਕ ਨਹੀਂ ਕੀਤਾ ਹੋਇਆ। 3 ਨੂੰ 2 ਤੇ ਮੈਪ ਕੀਤਾ, ਕਿਤੇ ਕੀਤਾ ਹੋਇਆ। 3 ਨੂੰ 1 ਤੇ ਮੈਪ ਕੀਤਾ ਹੋਇਆ। ਹੋਰ ਕਿਹੜਾ ਐਲੀਮੈਂਟ ਰਹਿ ਗਿਆ? ਜੇ ਆਪਾਂ ਇੱਦਾਂ ਕਰੀਏ 1 ਨੂੰ 3 ਤੇ ਮੈਪ ਕਰ ਦਈਏ, 3 ਨੂੰ 2 ਤੇ ਕਰ ਦਈਏ, 2 ਨੂੰ 3 ਤੇ ਕਰ ਦਈਏ, ਨਹੀਂ 1 ਨੂੰ 3 ਤੇ, 3 ਨੂੰ 2 ਤੇ, 2 ਨੂੰ 1 ਤੇ, ਫਿਰ ਵੀ ਹੋ ਜਾਊਗਾ ਨਾ। 4 2 3, 2 ਨੂੰ 3 ਤੇ, 3 ਨੂੰ 2 ਤੇ ਹੋ ਗਿਆ। 1 3, 1 3 ਵੀ ਹੋ ਗਿਆ। 1 2 ਹੋ ਗਿਆ। 1 3 2, 1 3 ਤੇ ਹਾਂ ਇਹ ਵੀ ਹੋ ਗਿਆ। ਆਈਡੈਂਟਿਟੀ ਵੀ ਹੋ ਗਈ, ਸੇਮ ਸੇਮ ਤੇ ਮੈਪ ਹੋਈ ਜਾਂਦੇ ਆ। ਇੱਕ ਰਹਿ ਗਿਆ 1 2 ਤੇ, 2 3 ਤੇ, 3 1 ਤੇ। ਸੋ ਇੱਦਾਂ ਐਲੀਮੈਂਟ ਆਪਾਂ ਲੱਭ ਲਏ, ਠੀਕ ਹੈ ਰਾਜੇ। ਜੇ ਧਿਆਨ ਨਾਲ ਦੇਖੋ, ਉੱਪਰ ਤਾਂ ਆਪਾਂ ਫਿਕਸ ਹੀ ਰੱਖਿਆ ਨਾ 1 2 3 1 2 3 1 2 3 1 2 3 1 2 3 1 2 3। ਬਦਲਿਆ ਕੀ ਹੈ ਥੱਲੇ? ਆਹ ਦੇਖੋ, ਆਹ ਜਿਹੜੇ 3 ਬਾਕਸ ਸੀ ਇਹਨਾਂ 'ਚ ਐਲੀਮੈਂਟ ਬਦਲ ਰਹੇ ਆ, ਹੈ ਨਾ। ਇਹ ਆਪਾਂ ਐਲੀਮੈਂਟ ਆਏ ਬਣਾਉਣ ਤੋਂ ਚੰਗਾ ਸੀ ਆਪਾਂ ਡਾਇਰੈਕਟ ਐਲੀਮੈਂਟ ਬਣਾ ਲੈਂਦੇ। ਕਿਵੇਂ? ਇਹ ਚੀਜ਼ ਵਾਸਤੇ ਥੋੜ੍ਹਾ ਜਿਹਾ ਸਮਝਣਾ ਪੈਣਾ ਸੀ ਆਪਾਂ ਨੂੰ। 1 2 3 ਇੱਦਾਂ ਬਾਕਸ ਬਣਾਇਆ ਇੱਕ, ਇਹ ਖਾਲੀ ਜਗ੍ਹਾ ਆਪਾਂ ਭਰਨੀਆਂ ਸੀ। ਪਹਿਲੀ ਜਗ੍ਹਾ ਭਰਨ ਵਾਸਤੇ ਕਿੰਨੇ ਤਰੀਕੇ ਹੋ ਸਕਦੇ? ਇੱਥੇ 1 ਵੀ ਆ ਸਕਦਾ, ਇੱਥੇ 2 ਵੀ ਆ ਸਕਦਾ, ਇੱਥੇ 3 ਵੀ ਆ ਸਕਦਾ। ਸੋ ਇੱਥੇ 3 ਤਰੀਕੇ ਹੋ ਗਏ। ਪ੍ਰੋਬੇਬਿਲਿਟੀ 'ਚ ਆਪਾਂ ਸਮਝਾਇਆ ਹੋਇਆ ਵੀ ਇੰਡੀਪੈਂਡੈਂਟ ਚੋਇਸ ਹੁੰਦੀ ਹੈ ਜਦੋਂ, ਤਾਂ ਉਦੋਂ ਆਪਾਂ ਪ੍ਰੋਡਕਟ ਕਰਦੇ ਹੁੰਦੇ ਨੰਬਰ ਆਫ ਵੇਜ਼ ਨੂੰ। ਹੁਣ ਦੇਖੋ ਇੱਥੇ 3 ਤਰੀਕੇ ਹੋ ਗਏ। ਇੱਥੇ ਇੱਕ ਐਲੀਮੈਂਟ ਰੱਖਤਾ, ਕਿਹੜਾ ਐਲੀਮੈਂਟ ਰੱਖਤਾ? ਕੋਈ ਵੀ ਰੱਖ ਲਓ। ਮੰਨ ਲਓ ਤੁਸੀਂ ਇੱਥੇ 1 ਰੱਖਤਾ, 3 ਐਲੀਮੈਂਟ ਸੀਗੇ 1 2 3, ਇੱਕ ਕੱਟਿਆ ਗਿਆ। ਹੁਣ ਇੱਥੇ ਕਿੰਨੇ ਤਰੀਕੇ ਆਪਣੇ ਕੋਲੇ ਇਸ ਜਗ੍ਹਾ ਨੂੰ ਭਰਨ ਦੇ? 2। ਇਹਨਾਂ ਦੋਹਾਂ 'ਚੋਂ ਜਾਂ ਇਹ ਰੱਖ ਲਾਂਗੇ ਜਾਂ ਇਹ ਰੱਖ ਲਾਂਗੇ। ਹੁਣ ਇੱਕ ਹੋਰ ਐਲੀਮੈਂਟ ਕੱਟਿਆ ਗਿਆ, ਲਾਸਟ ਵਾਸਤੇ ਕਿੰਨੇ ਤਰੀਕੇ ਆ? 1। ਸੋ ਦੇਖੋ 3 ਫੈਕਟੋਰੀਅਲ ਨਹੀਂ ਰਹਿ ਗਿਆ। ਸੋ ਇਹ ਜਿਹੜੇ ਥੱਲੇ ਖਾਲੀ ਬਾਕਸ ਸੀ ਇਹ 3 ਫੈਕਟੋਰੀਅਲ ਵੇਜ਼ ਨਾਲ ਭਰੇ ਜਾ ਸਕਦੇ ਸੀਗੇ। ਸੋ ਜੇ ਇੱਥੇ ਆਪਣੇ ਕੋਲੇ ਐਸ 'ਚ n ਐਲੀਮੈਂਟ ਹੁੰਦੇ 1 2 3 ਅਪ ਟੂ ਸੋ ਔਨ, ਤੇ ਇਹ ਜਿਹੜਾ ਇਹ ਐਲੀਮੈਂਟ ਜਿਹੜਾ ਵੀ ਆਪਾਂ ਬਣਾ ਰਹੇ ਹਾਂ ਰਾਜੇ, ਜੇ ਐਸ 'ਚ 3 ਐਲੀਮੈਂਟ ਆ ਤਾਂ ਇਹ S3 ਦਾ ਐਲੀਮੈਂਟ ਆ, ਜੇ ਐਸ 'ਚ 4 ਐਲੀਮੈਂਟ ਆ ਤਾਂ S4 ਦਾ ਐਲੀਮੈਂਟ ਆ, ਜੇ ਐਸ 'ਚ n ਐਲੀਮੈਂਟ ਆ ਤਾਂ ਇਹ Sn ਦਾ ਐਲੀਮੈਂਟ ਬਣਨਾ ਸੀ। ਪਰ ਕਿੰਨੇ ਬਣ ਜਾਣੇ ਸੀ ਫਿਰ? n ਫੈਕਟੋਰੀਅਲ। ਸਮਝ ਲੱਗੀ ਕਿਵੇਂ ਬਣਦੇ ਹੈ ਐਲੀਮੈਂਟਸ? ਹੁੰਦੇ ਐਲੀਮੈਂਟ ਇਹ ਜਿਹੀ ਆ। ਹੁਣ ਇੱਕ ਚੀਜ਼ ਹੋਰ ਥੋੜ੍ਹੀ ਜਿਹੀ ਸਿੱਖੋ, ਜੇ ਤੁਸੀਂ ਥੋੜ੍ਹੀ ਜਿਹੀ ਕਪੈਸਿਟੀ ਰੱਖਦੇ ਹੋ। ਜਿਹੜਾ ਇੱਕ ਐਲੀਮੈਂਟ ਆ ਨਾ 1 2 3 2 1 3, ਬਾਕੀ ਕੱਲ੍ਹ ਨੂੰ ਵੀ ਥੋੜ੍ਹਾ ਜਿਹਾ ਦੱਸ ਦੂੰਗਾ ਤੁਹਾਨੂੰ ਮੈਂ। 1 2 3 2 1 3, ਇਸ ਐਲੀਮੈਂਟ ਨੂੰ ਆਪਾਂ ਥੋੜ੍ਹਾ ਜਿਹਾ ਤਰੀਕੇ ਨਾਲ ਹੋਰ ਲਿਖ ਸਕਦੇ ਹਾਂ। ਕਿਵੇਂ? ਜਦੋਂ ਚੱਕਰ ਇੱਕ ਚੱਕਰ ਆ, ਜੇ ਧਿਆਨ ਨਾਲ ਦੇਖੋ ਤਾਂ ਸ਼ੁਰੂ ਕਿੱਥੋਂ ਹੁੰਦਾ ਹੈ? 1 ਤੋਂ ਗਿਆ 2 ਤੇ ਆ ਗਿਆ। ਸੋ ਇੱਥੇ 1 ਤੋਂ ਸ਼ੁਰੂ ਹੋਇਆ ਨਾ, ਇੱਥੇ 1 ਲਿਖ ਲਓ। ਕਿੱਥੇ ਗਿਆ? 2 ਤੇ ਆ ਗਿਆ। ਸੋ 1 ਕਿਹਦੇ ਤੇ ਗਿਆ? ਇੱਥੇ 2 ਤੇ। ਹੁਣ ਧਿਆਨ ਦਿਓ ਉੱਪਰ, ਇੱਥੇ 2 ਕਿਹਦੇ ਤੇ ਜਾ ਰਿਹਾ? 1 ਤੇ। ਸੋ ਜਦੋਂ 2 ਵਾਪਸ 1 ਤੇ ਆ ਗਿਆ ਨਾ, ਇੱਥੇ ਐਂ ਬੰਦ ਕਰ ਦਿਓ। ਦੇਖੋ 1 ਗਿਆ 2 ਤੇ, 2 ਗਿਆ 1 ਤੇ। ਇੱਕ ਇਹ ਤਰੀਕਾ ਲਿਖਣ ਦਾ। ਤੇ ਹੁਣ ਤੁਸੀਂ ਕਹੋਗੇ 3 ਰਹਿ ਗਿਆ, ਹਾਂ ਫਿਰ ਮੈਂ ਕਹੂੰਗਾ 3 ਵੀ ਲਿਖੋ। 3 ਕਿਹਦੇ ਤੇ ਗਿਆ? 3 ਤੇ। ਹੁਣ ਫਿਰ 3 ਦੇਖੋ ਉੱਪਰ, 3 ਕਿਹਦੇ ਗਿਆ? 3 ਤੇ। ਤਾਂ ਬੰਦ ਹੋ ਗਿਆ, ਕੁਝ ਵੀ ਨਹੀਂ ਕਰ ਰਿਹਾ। ਸੋ ਜਿਹੜਾ ਇੱਕ ਐਲੀਮੈਂਟ ਹੁੰਦਾ, ਜਿਹੜੇ ਬ੍ਰੈਕਟ 'ਚ ਇੱਕ ਐਲੀਮੈਂਟ ਹੁੰਦਾ, ਉਹ ਆਪਾਂ ਲਿਖਦੇ ਨਹੀਂ, ਆਪਾਂ ਇਹਨੂੰ ਫਿਰ 1 2 ਹੀ ਲਿਖ ਦਿੰਦੇ ਹਾਂ। ਹੋਰ ਐਲੀਮੈਂਟ ਚੱਕੋ, ਤੁਹਾਨੂੰ ਮੈਂ ਦੇਖਣਾ ਸਿਖਾਉਣਾ ਹੈ ਕਿਵੇਂ ਹੁੰਦਾ। ਕਈ ਤਰੀਕੇ ਹੈ ਇੱਕ ਪਰਮੁਟੇਸ਼ਨ ਨੂੰ ਲਿਖਣ ਦੇ। 1 2 3 1 3 2 ਤੇ ਆ ਜਾਊਗਾ। ਦੇਖੋ 1 ਕਿਹਦੇ ਤੇ ਗਿਆ? 1 ਤੇ। ਸੋ ਇੱਥੇ ਮੈਂ 1 ਗਿਆ 1 ਤੇ ਆਏ ਨਹੀਂ ਲਿਖੂੰਗਾ,
वैसे तो बनता ऐ लिखना कि 1 1 ते गया, फिर हुण इत्थे आ गए, हुण देखो फिर 1 किहदे ते जांदा 1 1 ते जाऊगा, तो इत्थे चक्कर मारो ऐ बनदा। पर जदों सेम आई जाण ना, आपां इत्थे एक मार के देखना 1 1 ते गया, क्योंकि हुण जो फिर देखांगे 1 1 ते ही जा रहा, जदों सेम एलीमेंट सेम ते जांदा ना तो उदों एक च ही बंद कर दईदा हुंदा उहनूं, क्योंकि आपां नूं पता 1 1 ते ही जाई जाना। हुण किहड़ा एलीमेंट होर रहिंदा 2, सो इत्थे 2 पा लिया। 2 देखो किहदे ते गया 3 ते, 3 देखो हुण किहदे ते जांदा 3 गया 2 ते, सो जदों 3 2 ते वापस चला गया इहनूं बंद कर दो, की आ गया ये 2 3, क्योंकि एक चक्कर वाली नूं तां आपां लिखदे नहीं है। हुण होर गल करो 1 2 3 3 1 2, इहनूं किवें लिखिया जा सकदा, 1 1 तो शुरू कर लो, 1 किहदे ते गया 3 ते। हुण देखो 3 वाल ध्यान दिओ, जदों देखना भी किहड़ा किहदे ते गया तां उपरों ही देखना, इथों 1 किहदे ते गया 3 ते, सो 1 इत्थे 3 ते लिख गया, ऐं लिखता आपां 1 goes to 3। हुण 3 देखो कित्थे जांदा, इत्थे देखोगे तां 3 किहदे ते गया 2 ते, सो इत्थे लिखो 3 goes to 2, ये तीर जे नहीं मारने आपां। हुण उपर 2 आ देखो 2 किहदे ते जांदा 1 ते, सो 2 गया 1 ते, जदों 1 ते वापस चला गया इहनूं बंद कर दो चक्कर नूं। हुण देखो कोई होर एलीमेंट तां नहीं रह गया, इहदे च 3 ही सीगे 1 2 3, तिन्ने आ गए, हाँ आ गए, सो ये की बन गया 1 3 2। ये जिहड़ी ब्रैकेट आ ना इहनूं कहंदे हुंदे आ साइकल। जे इहदे च 3 एलीमेंट 3 साइकल कहांगे, 2 एलीमेंट तां इहनूं 2 साइकल कहांगे, ये 3 साइकल हो गया, ये 2 साइकल हो गया। हुण मान लो एक एलीमेंट इदां लिखदे आ 1 2 3 4 5 1 2 4 5 3, इनू लिखो। देखो 1 तो शुरू किया, 1 किहदे ते गया 1 ते, बंद कर दो, जिहड़ा सेम ते जांदा उत्थे बंद कर दो। फिर किहड़ी एलीमेंट की बारी आएगी 2 दी, 2 किहदे ते गया 2 ते, बंद कर दो। ठीक है, ये स्वार्थी एलीमेंट है, ये अपने आप जी लिमिटेड रहिंदे, अपने आप ते ही जाई जांदे आ। हुण किहड़ा एलीमेंट है 3, 3 देखो किहदे ते गया 4 ते, सो इत्थे 3 goes to 4। हुण फिर उपरों देखना, इत्थों 4 किहदे ते जांदा 5 ते, सो 5 4 goes to 5। हुण फिर उपरों देखो 5 किहदे ते जांदा 5 goes to 3, सो 5 goes to 3। ये साइकिल इत्थों शुरू होया सी, जदों वापस मुड़ गया इहनूं बंद कर दो। की आया एक एक वाले नूं तां लिखना ही नहीं, ते बचिया किहड़ा 3 4 5, ये 3 4 5 आ गया। समझ लगी किवें लिखी दा? एक लास्ट लिख के दिखा दिना 1 2 3 4 5 6, 1 गया 2 ते, 2 गया 3 ते, 3 गया 1 ते, 4 गया 5 ते, 5 गया 6 ते, 6 गया 4 ते। इनू लिखो किवें लिखोगे? 1 कित्थों शुरू होया 1, 1 किहदे ते गया 2 ते, 2 हुण 1 किहदे ते गया 2 ते, हुण 2 किहदे ते जा रहा है देखो 3 ते। ठीक है, हुण 3 इत्थों देखना, 3 किहदे ते गया 1 ते, देखो 1 गया 2 ते, 2 गया 3 ते, आ देखो पिया 3 किहदे ते जा रहा 1 ते, वापस जदों वापस मुड़ गया इत्थे चक्कर पा के बंद कर दो। ਜਿਹੜੇ ਇੱਕ ਇੱਕ ਵਾਲੇ ਆ ਨਾ ਇਹ ਸ਼ੁਰੂ 'ਚ ਹੀ ਵਾਪਸ ਮੁੜ ਜਾਂਦੇ ਆ, ਸ਼ੁਰੂ ਹੋਣ ਸਾਰ ਹੀ ਉੱਥੇ ਹੀ ਵਾਪਸ ਮੁੜ ਜਾਂਦੇ ਆ, ਤਾਂ ਇੱਥੇ ਇੱਕ ਚੱਕਰ ਮਾਰ ਦਿੰਦੇ ਆ। ਹੁਣ ਅਗਲਾ ਐਲੀਮੈਂਟ 4 ਤੇ ਆ ਜਾਓ, 4 ਗਿਆ 5 ਤੇ, 5 ਉੱਪਰੋਂ ਦੇਖੋ ਕਿਹਦੇ ਤੇ ਗਿਆ 6 ਤੇ, ਸੋ ਇੱਥੇ 6 ਉੱਤੋਂ ਕਿੱਥੇ ਜਾ ਰਿਹਾ ਵਾ 4 ਤੇ, ਦੇਖੋ ਵਾਪਸ ਮੁੜ ਗਿਆ ਚੱਕਰ ਮਾਰ ਦਿਓ। ਕਿਹੜੇ ਬਣ ਗਏ ਇਹ 1 2 3 4 5 6, ਇਹਨੂੰ ਇੱਦਾਂ ਵੀ ਲਿਖ ਸਕਦੇ ਆ। ठीक है, बाकी चीज़ां कल डिस्कस करांगे। जां परमूटेशन वैसे मैं ज़्यादा नहीं करवाना, ਇਹਦੀ प्रोडक्ट हुण मैं कल नूं दसूँगा तुहानूं भी 2 परमूटेशन की प्रोडक्ट किवें करी दी है। देखो सिंबल की प्रोडक्ट नहीं, ये गलत हो गया 2 3 1, इन्हां दोहां की प्रोडक्ट परमूटेशन की प्रोडक्ट 3 ते 5 दी 15 नहीं हुंदा परमूटेशन च, ये कुछ भी नहीं हुंदा, ये याद रखियो। तो 5 ते 3 8 भी नहीं हुंदा, ये याद रखियो। चलो बाकी इन्हां दी प्रोडक्ट कल नूं सिखाऊंगा। फिर एक थ्योरम रह गई 3.2.14, ये तुहानूं सिखाऊंगा भी किवें आ। फिर बस अपना आइसोमोरफिज्म दा पूरा हो गया। थोड़ा बहुता जिहड़ा एक अद्धी थ्योरम देख लांगे, तो उस तो बाद फिर आपां रिंग थ्योरी स्टार्ट करांगे, परमूटेशन नहीं करनी है।